ਔਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ
ਸਿਰ ਚਰਨਨ ਪਰ ਧਾਰ। ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਾਸ ਖੋਦ ਬੇਚਨ ਕਰਹਿ, ਉਦਰ ਪੂਰਬੇ ਹੇਤ ਦਿੜ ਸਿੱਖੀ ਜਿਸ ਕੇ ਹਿਰਦੈ, ਗੁਰੂ ਕਸੌਟੀ ਦੇਤ। ਕਾਸ ਖੋਦ ਬੇਚਨ ਕਰਹਿ, ਉਦਰ ਪੂਰਬੇ ਹੇਤ ਦਿੜ ਸਿੱਖੀ ਜਿਸ ਕੇ ਹਿਰਦੈ, ਗੁਰੂ ਕਸੌਟੀ ਦੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ, ਜਾਹਰਾ ਜਹੂਰ, ਦੀਨਾ ਬੰਧੂ ਭਗਤ ਵਛਲ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ, ਕਰੁਣਾ ਨਿਧਾਨ ਜਗ ਦਾਤੇ, ਸ਼ਬਦਾ ਅਵਤਾਰ ਨਿਹਚਲ ਚੌਰ, ਛਤਰ ਤਖਤ ਕੇ ਮਾਲਕ, ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਹਜ਼ੂਰ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਦਰ ਆਜ਼ਮਾਂ ਕੇ ਨੇ ਆਈ ਯਾਦ में मीरम, बगैर याद तो जी स्तंचे सूद मरा। आया सफलता हु को गनिया, जास रसन हर हर जस पनिया। लाहे कारण आया जग। ਇਤਿਆਦਿਕ ਮਹਾਰਾਜ ਦੇ ਪਾਵਨ ਪਵਿੱਤਰ ਉਪਦੇਸ਼ ਸਿੱਖਿਆ ਨੂੰ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰ ਸਿੱਖ ਮੀਤ ਚੱਲਹੁ ਗੁਰ ਚਾਲੀ। ਇਹਨਾਂ ਪਾਵਨ ਪਵਿੱਤਰ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਆਪ ਮਾਈ ਭਾਈ ਸੰਗਤਾਂ ਨਿਤਾ ਪ੍ਰਤੀ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਕਰਕੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਸ਼ਰਵਣ ਕਰਦਿਆਂ ਹੋਇਆਂ ਆਨੰਦ ਮਾਣਦੇ ਹੋ। ਲੜੀਵਾਰ ਰੂਪ ਅੰਦਰ ਚੱਲ ਰਹੀ ਅੰਮ੍ਰਿਤ ਰੂਪ ਗੁਰ ਇਤਿਹਾਸ ਦੀ ਗਾਥਾ ਆਪਾਂ ਸਭ ਰਲ ਮਿਲ ਕਰਕੇ ਬੜੇ ਸ਼ਰਧਾ ਅਦਬ ਸਤਿਕਾਰ ਨਾਲ ਲੰਮੇ ਸਮੇਂ ਤੋਂ ਸ਼ਰਵਣ ਕਰਦੇ ਆ ਰਹੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦਾ ਪ੍ਰਸੰਗ ਜਥਾ ਪਿਛਲੇ ਦੀ ਬਾਣ ਵਿੱਚ ਆਪਾਂ ਸੁਣਿਆ ਵਿਚਾਰਿਆ ਹੈ। ਸਿੱਖਾਂ ਦੇ ਪ੍ਰਸੰਗਾਂ ਵਿੱਚੋਂ ਭਾਈ ਸਾਹਿਬ ਭਾਈ ਮੰਝ ਜੀ ਦਾ ਪ੍ਰਸੰਗ ਚੱਲ ਰਿਹਾ ਹੈ। ਜਲੰਧਰ ਦੇ ਲਾਗੇ ਜਾਂ ਇਹ ਹੁਸ਼ਿਆਰਪੁਰ, ਇਸ ਇਲਾਕੇ ਵਿੱਚ ਦੱਸਦੇ ਹੈ ਮਾਈ ਕੰਗਾ ਪਿੰਡ ਹੈ, ਜਿੱਥੋਂ ਦਾ ਰਾਜਪੂਤ ਘਰਾਣੇ ਦਾ ਭਾਈ ਮੰਝ ਨਾਮੇ ਇੱਕ ਪੁਰਾਣੀ ਵਿਅਕਤੀ ਹੈ। ਕਵੀ ਦੀਆਂ ਜਥਾ ਲਿਖਿਆ ਆਪਾਂ ਕੱਲ ਵਿਚਾਰਿਆ ਸੁਣਿਆ। ਜਿਹੜਾ ਭਾਈ ਮੰਝ ਹੈ ਇਹ ਪੀਰ ਦੀ
ਕਬਰ ਪੂਜਦਾ ਹੈ। ਲਾਲਾਂ ਵਾਲੇ ਪੀਰ ਨੂੰ ਇਹ ਮੰਨਣ ਵਾਲਾ ਭਾਈ ਮੰਝ ਹੈ। ਬੜਾ ਸਮਾਂ ਇਹਦੀ ਪੂਜਾ ਕੀਤੀ। ਉਸ ਤਰ੍ਹਾਂ ਪਿੰਡ ਦਾ ਚੌਧਰੀ ਵੀ ਹੈ, ਬਹੁਤ ਧਣੀ ਹੈ, ਧਨਾੜ ਹੈ, ਘਰੇ ਵੱਡਾ ਹਵੇਲ ਹੈ, ਮਈਆਂ ਖੜੀਆਂ ਹੈ, ਘੋੜੀਆਂ ਘੋੜੇ ਹੈ, ਬੜੇ ਨੌਕਰ ਚਾਕਰ ਕੰਮ ਕਰਦੇ ਹੈ, ਪਰ ਮਨ ਨੂੰ ਸ਼ਾਂਤੀ ਨਹੀਂ, ਕਿਉਂਕਿ ਪੂਜਾ ਕੱਚੇ ਦੀ ਕਰਦਾ ਹੈ। ਉਹ ਆਪ ਡੁੱਬੇ ਤੁਮ ਕਹਾਂ ਤਰਨਹਾਰ। ਜਿਹੜੇ ਆਪ ਡੁੱਬੇ ਹੈ ਉਹ ਕਿਸੇ ਨੂੰ ਸਾਧ ਸੰਗ ਦੀ ਪੱਥਰ ਕੀ ਤਾਰੇਗਾ। ਜਿਸ ਕਰਕੇ ਮਨ ਨੂੰ ਸ਼ਾਂਤੀ ਨਾ ਮਿਲੀ, ਪਰ ਇਹਦਾ ਪਿਛਲਾ ਕਰਮ ਜਾਗਿਆ। ਇੱਕ ਦਿਨ ਕਿਸੇ ਸਿੱਖ ਦੇ ਮੂੰਹੋਂ ਇਹਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਸੁਣੀ। ਹੁਣ ਬਾਣੀ ਜਿਹੜੀ ਆ ਉਹਦੇ ਵਿੱਚ ਵਡਿਆਈ ਹੈ। ਠਾਂਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ, ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਬਾਣੀ ਨੂੰ ਕੋਈ ਸੁਣਦਾ ਹੈ, ਜਿਵੇਂ ਜਿਵੇਂ ਸੁਣਦਾ ਹੈ ਉਸ ਤਰ੍ਹਾਂ ਹੀ ਉਹਦੇ ਮਨ ਨੂੰ ਸ਼ਾਂਤੀ ਮਿਲਦੀ ਜਾਂਦੀ ਹੈ। ਜਿਵੇਂ ਉਹ ਤੱਤੇ ਥਾਂ ਤੇ ਜਿੱਥੇ ਜਿੱਥੇ ਠੰਡਾ ਪਾਣੀ ਪੈਂਦਾ ਜਾਂਦਾ ਉਹ ਥਾਂ ਠਰਦਾ ਜਾਂਦਾ। ਇਸ ਤਰ੍ਹਾਂ ਜਿਵੇਂ ਜਿਵੇਂ ਕੰਨਾਂ ਵਿੱਚ ਬਾਣੀ ਮਹਾਰਾਜ ਦੀ ਗਈ, ਬਾਣੀ ਦੇ ਅਰਥ ਸਿੱਖ ਤੋਂ ਸੁਣੇ ਤੇ ਬੜੀ ਸ਼ਾਂਤੀ ਮਿਲੀ। ਆਖਿਆ ਵੀ ਜਿਹਦੀ ਇਹ ਬਾਣੀ ਹੈ ਮੈਨੂੰ ਵੀ ਉਹਦੇ ਕੋਲ ਲੈ ਚੱਲ। ਉਹਨੇ ਦੱਸਿਆ ਕਿ ਪੂਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿੰਦੇ ਹੈ। ਭਾਈ ਮੰਝ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬੜੀ ਸ਼ਰਧਾ ਪ੍ਰੇਮ ਦੇ ਨਾਲ ਅੰਮ੍ਰਿਤਸਰ ਸਾਹਿਬ ਪੁੱਜਾ। ਹਜ਼ੂਰ ਦੇ ਦਰਸ਼ਨ ਦੀਦਾਰੇ ਕੀਤੇ ਹੈ। ਹੱਥ ਜੋੜ ਕੇ ਮਹਾਰਾਜ ਤੋਂ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਤੁਹਾਡੀ ਗੁਰਬਾਣੀ ਦੇ ਵਿੱਚ ਬੜਾ ਆਨੰਦ ਹੈ। ਸਿੱਖਾਂ ਦੀ ਚੜ੍ਹਦੀ ਕਲਾ, ਸਿੱਖਾਂ ਦੇ ਸੋਹਣੇ ਜੀਵਨ, ਮਨ ਦੀ ਸ਼ਾਂਤੀ, ਸਿੱਖਾਂ ਦਾ ਸੋਹਣਾ ਸੁਭਾਅ ਵੇਖ ਕੇ ਮਹਾਰਾਜ ਮੇਰੇ ਵੀ ਮਨ ਦਾ ਫੁਰਨਾ ਹੈ ਵੀ ਮੈਨੂੰ ਆਪਦਾ ਸਿੱਖ ਬਣਾਓ, ਮੈਨੂੰ ਆਪਦੀ ਸਿੱਖੀ ਬਖਸ਼ੋ। ਗੁਰੂ ਅਰਜਨ ਦੇਵ ਜੀ ਮਹਾਰਾਜ ਜਾਨੀ ਜਾਣ ਹੈ। ਹਜ਼ੂਰ ਕਹਿੰਦੇ ਭਾਈ ਮੰਝ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਤੂੰ ਲਾਲਾਂ ਵਾਲੇ ਦਾ ਸਿੱਖ ਹੈ, ਉਹ ਪੀਰ ਦਾ ਮੁਰੀਦ ਹੈ ਤੇ ਉਸੇ ਨੂੰ ਹੀ ਪੂਜ। ਕਿਉਂਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਨਾ, ਗੁਰੂ ਨਾਨਕ ਮਹਾਰਾਜ ਦੀ ਸਿੱਖੀ ਹੈ, ਇਹ ਕਮਾਉਣੀ ਖੰਡੇ ਦੀ ਧਾਰ ਤੇ ਤੁਰਨ ਦੇ ਬਰਾਬਰ ਹੈ। ਵਾਲ ਤੋਂ ਹੀ ਬਰੀਕ ਇਹ ਰਸਤਾ ਹੈ। ਇਸ ਕਰਕੇ ਤੂੰ ਜਿਹਦਾ ਮੁਰੀਦ ਹੈ ਨਾ, ਜਿਹਨੂੰ ਪੂਜਦਾ, ਉਹ ਪੀਰ ਨੂੰ ਹੀ ਪੂਜ, ਤੇਰੇ ਵੱਸ ਦੀ ਗੱਲ ਨਹੀਂ। ਹੱਥ ਜੋੜ ਕੇ ਆਖਿਆ ਮਹਾਰਾਜ ਮੈਂ ਪੂਜਿਆ ਹੀ ਹੈ ਨਾ ਬੜਾ ਚਿਰ, ਪਰ ਮਹਾਰਾਜ ਕੋਈ ਸ਼ਾਂਤੀ ਨਹੀਂ, ਹਿਰਦੇ ਵਿੱਚ ਠੰਡ ਨਹੀਂ, ਹਿਰਦਾ ਤਪਦਾ ਹੈ, ਕਲ ਕਲ ਕਰਦਾ ਹੈ। ਮਹਾਰਾਜ ਤੁਹਾਡੇ ਸਿੱਖਾਂ ਵਰਗਾ ਆਨੰਦ ਮੇਰੇ ਕੋਲ ਨਹੀਂ ਹੈ। ਇਸ ਕਰਕੇ ਮਹਾਰਾਜ ਮੈਨੂੰ ਹੀ ਉਹਨਾਂ ਸਿੱਖਾਂ 'ਚ ਸ਼ਾਮਲ ਕਰੋ, ਮੈਨੂੰ ਸਿੱਖੀ ਬਖਸ਼ੋ। ਸੱਚੇ ਪਾਤਸ਼ਾਹ ਜੀ ਫਿਰ ਪਰਖ ਦੇ ਬਚਨ ਬੋਲੇ। ਮਹਾਰਾਜ ਕਹਿੰਦੇ ਭਾਈ ਮੰਝ ਸਿੱਖੀ ਲੈ ਲਾ, ਸਿੱਖੀ ਮਿਲ ਜਾਵੇਗੀ, ਪਰ ਸਿੱਖ ਬਣ ਕੇ ਕੀ ਕਰੇਗਾ। ਸਿੱਖ ਜੇ ਬਣਿਆ ਨਾ ਤੇ ਚੌਧਰ ਨਹੀਂ ਰਹਿਣੀ। ਘਰ ਦੇ ਵਿੱਚ ਜਿੰਨੀ ਧਨ ਦੌਲਤ ਸਾਰੀ ਨਾਸ਼ ਹੋ ਜਾਣੀ ਹੈ। ਹੋ ਸਕਦਾ ਹੈ ਤੇਰੇ ਪਿੰਡ ਵਾਲੇ ਤੈਨੂੰ ਧੱਕੇ ਦੇ ਪਿੰਡੋਂ ਕੱਢ ਦੇਣ, ਘਰ ਵੀ ਗਵਾ ਲਵੇਂ, ਟੱਬਰ ਵੀ ਨਾ ਕੋਲ ਰਹੇ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਜਿਹੜੀ ਹੈ ਕਮਾਉਣੀ ਬੜੀ ਔਖੀ ਹੈ। ਹੱਥ ਜੋੜੇ ਮਹਾਰਾਜ ਹੁਣ ਸਿੱਖੀ ਕਮਾਵਾਂਗਾ। ਮਹਾਰਾਜ ਕਹਿੰਦੇ ਵੇਖ ਲਾ ਭਾਈ, ਜੇ ਕਮਾ ਸਕਦਾ ਤਾਂ ਠੀਕ ਆ, ਨਹੀਂ ਤਾਂ ਉਹ ਲਾਲਾਂ ਵਾਲੇ ਨੂੰ ਪੂਜ। ਆਖਿਆ ਨਹੀਂ ਗੁਰੂ ਗਰੀਬ ਨਵਾਜ, ਜੋ ਮਰਜ਼ੀ ਹੋ ਜਾਵੇ ਸੱਚੇ ਪਾਤਸ਼ਾਹ ਜੀ, ਮੈਂ ਬਚਨਾਂ ਤੇ ਪੂਰਾ ਉਤਰਾਂਗਾ, ਪਰ ਮੈਨੂੰ ਸਿੱਖੀ ਬਖਸ਼ੋ। ਮਹਾਰਾਜ ਨੇ ਫਿਰ ਉਪਦੇਸ਼ ਦਿੱਤਾ, ਠੀਕ ਹੈ ਭਾਈ, ਵਾਹਿਗੁਰੂ 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 ਉਪਦੇਸ਼ ਮਹਾਰਾਜ ਨੇ ਦਿੱਤਾ ਕਿ ਇਹਦਾ ਅਭਿਆਸ ਕਰੋ, ਸਿੱਖਾਂ ਨੂੰ ਸਤਿਕਾਰ ਦਿਓ, ਸਿੱਖਾਂ ਦੀ ਸੇਵਾ ਕਰੋ, ਪ੍ਰਸ਼ਾਦਾ ਪਾਣੀ ਆਏ ਗਏ ਨੂੰ ਛਕਾਓ।
ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਤੋਂ ਉਪਦੇਸ਼ ਲੈ ਕੇ ਭਾਈ ਮੰਝ ਜੀ ਘਰ ਆਏ। ਕੁਝ ਦਿਨ ਪਏ ਆ ਤੇ ਮਹਾਰਾਜ ਦੇ ਬਚਨ ਫਿਰ ਸੱਚੇ ਹੋਣ ਲੱਗੇ। ਮਈਆਂ, ਘੋੜੇ, ਘੋੜੀਆਂ ਸਭ ਮਰਨ ਲੱਗੇ। ਘਰ ਦੇ ਵਿੱਚ ਤਬੇਲੇ ਨੂੰ ਅੱਗ ਲੱਗ ਜਾਣੀ। ਘਰ ਦਾ ਜੋ ਕੁੱਲੀ, ਬਿਸਤਰਾ, ਜੁੱਲੀ, ਪੈਸਾ ਆਦਿਕ ਸਭ ਸੜਨਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਕਿਉਂਕਿ ਮਹਾਰਾਜ ਨੇ ਆਖਿਆ ਸੀ ਕਿ ਸਿੱਖੀ ਦੇਵਾਂਗੇ, ਆ ਜਾ ਪਹਿਲਾਂ ਘਰੋਂ ਕਬਰ ਢਾਹ ਆ ਜਿਹੜੀ ਉਹ ਪੀਰ ਦੀ ਪੂਜਦਾ। ਇਹ ਢਾਹ ਕੇ ਕਬਰ ਦੁਬਾਰਾ ਅੰਮ੍ਰਿਤਸਰ ਸਾਹਿਬ ਗਿਆ ਸੀ। ਫਿਰ ਮਹਾਰਾਜ ਨੇ ਆਖਿਆ ਸੀ ਸਿੱਖੀ ਲੈ ਲੈ, ਪਰ ਆ ਤਗੜਾ ਰਹੀ ਫਿਰ। ਤੇ ਇਸ ਤਰ੍ਹਾਂ ਬਿਲਕੁਲ ਕੁਝ ਦਿਨਾਂ ਦੇ ਵਿੱਚ ਹੀ ਛਪਰੀ ਵੀ ਨਾ ਕੋਲ ਰਹੀ। ਪਿੰਡ ਵਾਲਿਆਂ ਚੌਧਰ ਖੋਹ ਲਈ। ਪਿੰਡ ਨਿੰਦਾ ਕਰਦਾ, ਸਮਝਾਉਣ ਆਉਂਦੇ ਲੋਕ ਕਿ ਭਾਈ ਮੰਝ ਤੂੰ ਪੀਰ ਦੀ ਕਰੂਪੀ ਸਹੇੜੀ ਉਹਦੀ ਜਗ੍ਹਾ ਢਾਈ ਹੈ। ਉਹਦੀ ਜਗ੍ਹਾ ਢਾਉਣ ਕਰਕੇ ਤੇਰੇ ਆ ਹਾਲ ਬਣੇ ਆ। ਵੇਖ ਤੇਰੇ ਕੋਲ ਕੀ ਰਹਿ ਗਿਆ। ਅਜੇ ਵੀ ਸਮਾਂ ਹੈ। ਪੀਰ ਦਾ ਮੁਰੀਦ ਬਣ ਜਾਏ ਤੇ ਉਹਦੀ ਸ਼ੀਰਨੀ ਦੇ, ਅਰੋਟ ਪਕਾ ਕੇ ਰਿੰਨ ਕੇ ਦੇ ਤੇ ਬੇਨਤੀ ਕਰ ਤੈਨੂੰ ਬਖਸ਼ ਲਵੇ। ਭਾਈ ਮੰਝ ਕਹਿੰਦਾ ਕਿ ਹੁਣ ਨਹੀਂ, ਹੁਣ ਤਾਂ ਮਰਾ ਤੋਂ ਹਰ ਕੈ ਦੁਆਰ। ਹੁਣ ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੀ ਇਹ ਸਿਰ ਹੈ। ਝੁਕੇਗਾ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੇ ਝੁਕੇਗਾ। ਰਹੀ ਗੱਲ ਧਨ ਦੌਲਤ ਦੀ, ਇਹ ਤਾਂ ਮਰਿਆਂ ਵੀ ਛੱਡਣੀ ਆ। ਚੰਗਾ ਹੋਇਆ ਜਿਉਂਦਿਆਂ ਛੁੱਟ ਗਈ ਹੈ। ਇਹ ਸਿਦਕ ਹੈ ਨਾ ਸਿੱਖ ਦਾ। ਤੋ ਪਿੰਡ ਵਾਲਿਆਂ ਚੌਧਰ ਖੋਹ ਲਈ, ਪਿੰਡੋਂ ਤੋਰ ਦਿੱਤਾ। ਇਸ ਤਰ੍ਹਾਂ ਹੋਰ ਕਿਸੇ ਨਗਰ ਜਾ ਕੇ ਭਾਈ ਮੰਝ ਪਰਿਵਾਰ ਸਮੇਤ ਰਿਹਾ। ਇੱਥੇ ਘਾਹ ਖੋਤ ਕੇ ਤੇ ਮੰਡੀਆਂ 'ਚ ਵੇਚ ਕੇ ਗੁਜ਼ਾਰਾ ਕਰਦਾ। 4 ਹਿੱਸੇ ਕਰਦਾ। ਜਿਹੜੀ ਮਾਇਆ ਆਉਂਦੀ ਨਾ ਘਾਹ ਵੇਚ ਕੇ, 4 ਹਿੱਸਿਆਂ 'ਚੋਂ 1 ਹਿੱਸਾ ਗੁਰੂ ਘਰ ਨੂੰ ਭੇਜਦਾ ਹੈ ਸੇਵਾਵਾਂ ਵਾਸਤੇ। 3 ਹਿੱਸੇ ਆਪ ਵਰਤਦਾ। ਕੁਝ ਸਮਾਂ ਬਤੀਤ ਹੋਇਆ। ਮਹਾਰਾਜ ਨੇ ਫਿਰ ਪਰਖ ਪਾਈ। ਸਿੱਖ ਨੂੰ ਭੇਜਿਆ ਕਿ ਜਾ ਫਲਾਣੇ ਨਗਰ ਵਿੱਚ ਭਾਈ ਮੰਝ ਸਾਡਾ ਸਿੱਖ ਰਹਿੰਦਾ ਹੈ। ਆ ਹੁਕਮਨਾਮਾ ਨੂੰ ਆਖੀ ਵੀ ਤੇਰੇ ਸਤਿਗੁਰਾਂ ਹੁਕਮਨਾਮਾ ਭੇਜਿਆ ਤੇ ਦੇਣਾ ਤਾਂ ਹੈ, ਪਹਿਲਾਂ ਉਹਦੇ ਤੋਂ 21 ਰੁਪਈਏ ਲੈਣੇ ਆ। ਸਿੱਖ ਪਹੁੰਚਿਆ। ਭਾਈ ਮੰਝ ਵੇਖ ਕੇ ਬੜਾ ਖੁਸ਼ ਹੋਇਆ। ਚਰਨੀ ਹੱਥ ਲਾਏ, ਮੇਰੇ ਗੁਰੂ ਦਾ ਸਿੱਖ ਆਇਆ। ਉਹਨੇ ਸੁਣਾਇਆ ਮੇਵੜੇ ਸਿੱਖ ਨੇ, ਭਾਈ ਮੰਝਾ ਤੇਰੇ ਲਈ ਹੁਕਮਨਾਮਾ ਭੇਜਿਆ ਮਹਾਰਾਜ ਨੇ। ਲਿਆਓ ਮਹਾਰਾਜ, ਲਿਆਓ ਪੜ੍ਹੀਏ, ਮੈਨੂੰ ਠੰਡ ਪਵੇ। ਕਹਿੰਦੇ ਇਹ ਵੀ ਹੁਕਮ ਹੋਇਆ ਮਹਾਰਾਜ ਦਾ, ਜੇ ਹੁਕਮਨਾਮਾ ਲੈਣਾ ਤੇ ਫਿਰ ਗੁਰੂ ਘਰ ਦੀ ਸੇਵਾ ਵਾਸਤੇ 21 ਰੁਪਈਏ ਮਹਾਰਾਜ ਨੇ ਮੰਗਵਾਏ। ਹੁਣ ਇਹ ਘਾਹ ਵੇਚਣ ਵਾਲਾ ਭਾਈ ਮੰਝ ਜੀ ਦੇ ਘਰ ਵਿੱਚ ਰੋਟੀ ਮਸਾਂ ਪੱਕਦੀ ਹੈ। 21 ਰੁਪਈਏ ਉਹਨਾਂ ਸਮਿਆਂ ਵਿੱਚ ਬੜੇ ਸਨ, ਕਿੱਥੋਂ ਲਿਆਵੇ। ਫਿਰ ਇਹਦੀ ਘਰਵਾਲੀ ਬੜੀ ਧਰਮੀ ਸੀ। ਉਹਨੇ ਆਖਿਆ ਪਤੀ ਜੀ, ਗੁਰੂ ਦਾ ਹੁਕਮਨਾਮਾ ਜੇ ਸਿਰ ਦਿੱਤਿਆਂ ਵੀ ਮਿਲਦਾ ਹੋਵੇ ਤੇ ਤਾਂ ਵੀ ਸਸਤਾ ਹੈ, ਤਾਂ ਵੀ ਕੋਈ ਔਖਾ ਨਹੀਂ। 21 ਰੁਪਈਆਂ ਦੀ ਕਿਹੜੀ ਗੱਲ ਹੈ। ਆਪਣੇ ਪਿੰਡ ਦਾ ਕੋਈ ਬਜ਼ੁਰਗ ਸ਼ਾਹੂਕਾਰ ਜੀ ਦੀ ਪਤਨੀ ਮਰੀ ਹੋਈ ਆ। ਉਹ ਆਪਣੀ ਧੀ ਦਾ ਰਿਸ਼ਤਾ ਮੰਗਦਾ ਰਿਹਾ ਬੜੇ ਸਮੇਂ। 500 ਮੋਹਰ ਦੇਣ ਦੀ ਗੱਲ ਕਰਦਾ ਹੁੰਦਾ। ਆਪਾਂ ਨਾ ਕਰ ਦਿੰਦੇ ਸੀ ਤੇ ਚਲੋ ਆਪਾਂ ਲਾਲਚ ਨਾ ਕਰਾਂਗੇ। 21 ਰੁਪਏ ਉਹਨੇ ਹੀ ਲਵਾਂਗੇ ਜਿੰਨੇ ਮਹਾਰਾਜ ਦਾ ਹੁਕਮ ਹੋਇਆ। ਤੇ ਆਪਣੀ ਧੀ ਦੀ ਮੰਗਣੀ ਜਿਹੜੀ ਹੈ, ਧੀ ਦਾ ਵਿਵਾਹ ਹੁੰਦਾ ਹੈ, ਉਹ ਵੀ ਗੁਰੂ ਕਾਰਜਾਂ ਨਿਮਿਤ, ਤੇ ਆਪਣੀ ਬੱਚੀ ਵੀ ਸਫਲੀ ਹੈ। ਹੋਰ ਆਪਾਂ ਨੂੰ ਕੀ ਚਾਹੀਦਾ। ਇਸ ਤਰ੍ਹਾਂ ਸ਼ਾਹੂਕਾਰ ਨਾਲ ਇਹਨਾਂ ਨੇ ਆਪਣੀ ਪੁੱਤਰੀ ਦਾ ਸੰਬੰਧ ਕੀਤਾ। 21 ਰੁਪਈਏ ਲਿਆ ਕੇ ਸਿੱਖ ਨੂੰ ਦਿੱਤੇ। ਪ੍ਰਸ਼ਾਦਾ ਪਾਣੀ ਛਕਾਇਆ ਤੇ ਅਗਲੇ ਦਿਨ ਸਿੱਖ ਜਿਹੜਾ ਹੈ ਉਹ ਅੰਮ੍ਰਿਤਸਰ ਸਾਹਿਬ ਨੂੰ ਪੁੱਜਾ। ਫਿਰ ਇਹ ਘਾਹ ਵੇਚ ਵੇਚ ਕੇ ਉਸੇ ਤਰ੍ਹਾਂ ਹੀ ਗੁਜ਼ਾਰਾ ਕਰਦੇ ਆ। ਦਿਨ ਰਾਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਹਿਰਦੇ ਵਿੱਚ ਧਿਆਉਂਦੇ ਦੋਵੇਂ ਪਤੀ ਪਤਨੀ। ਇਹ ਪ੍ਰਸੰਗ ਆਪਾਂ ਕੱਲ੍ਹ ਸੁਣਿਆ। ਕੁਝ ਪ੍ਰਸੰਗ ਜਿਵੇਂ ਰਹਿੰਦਾ ਅੱਗੇ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿਰਦੇ ਵਸਾਓ। ਆਖੋ ਜੀ ਸਤਿਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਸ ਖੋਦ ਵੇਚਨ ਕਰ ਤੋ ਹੈ। ਕਵੀ ਜੀ ਕਹਿੰਦੇ ਭਾਈ ਮੰਝ ਘਾਹ ਖੋਤਦਾ ਹੈ ਤੇ ਘਾਹ ਖੋਤ ਕੇ ਖੇਤਾਂ ਚੋਂ ਮੰਡੀਆਂ ਵਿੱਚ ਵੇਚਦਾ ਹੈ। ਉਦਰ ਪੂਰਬੇ ਹੇਤ ਜਿਹੜੀ ਮਾਇਆ ਕਮਾਉਂਦਾ ਉਹਦੇ ਨਾਲ ਆਪਦਾ ਪੇਟ ਪੂਜਾ ਕਰਦਾ, ਆਪਦਾ ਪਰਿਵਾਰ ਪਾਲਦਾ, ਪਰਿਵਾਰ ਦੀ ਪਾਲਣ ਪੋਸ਼ਣ ਵਾਸਤੇ ਘਾਹ ਖੋਤ ਕੇ ਵੇਚਦਾ ਹੈ। ਦਿੜ ਸਿੱਖੀ ਜਿਸ ਕੇ ਹਿਰਦੈ। ਪਰ ਇਸ ਗਰੀਬ ਭਾਈ ਮੰਝ ਦੇ ਹਿਰਦੇ ਵਿੱਚ ਗੁਰੂ ਕੀ ਸਿੱਖੀ ਬੜੀ ਪੱਕੀ ਹੈ, ਬੜਾ ਚੜ੍ਹਦੀ ਕਲਾ ਵਾਲਾ ਪ੍ਰਪੱਖ ਸਿੱਖ ਹੈ। ਗੁਰੂ ਕਸੌਟੀ ਦੇਤ। ਪਰ ਇਧਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਪਹਿਲਾਂ ਕਸੌਟੀ ਪਰਖ ਕੀਤੀ ਇਸ ਭਾਈ ਮੰਝ ਦੀ, ਹੁਣ ਮਹਾਰਾਜ ਜੀ ਇੱਕ ਹੋਰ ਵੱਡੀ ਪਰਖ ਕਰਨ ਵਾਸਤੇ ਭਾਈ ਮੰਝ ਦੀ ਸੋਚ ਰਹੇ ਹਨ। ਸ਼ਾਪਈ ਪੁਨ ਕੇ ਤਿਕ ਜਬ ਕਾਲ ਬਿਤਾਵਾ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਭਾਈ ਮੰਝ ਪਰਿਵਾਰ ਪਾਲ ਰਿਹਾ, ਘਾਹ ਖੋਤ ਕੇ ਗੁਜ਼ਾਰਾ ਕਰਦਾ ਹੈ। ਕੁਝ ਕੁ ਸਮਾਂ ਇਸ ਤਰ੍ਹਾਂ ਹੀ ਇਹਨੇ ਘਰ ਵਿੱਚ ਬਤੀਤ ਕੀਤਾ ਹੈ। ਮਨ ਅਡੋਲ ਜਿਸ ਕੋ ਦ੍ਰਿਸ਼ਟਾਵਾ। ਤੇ ਜਿਹਦਾ ਮਨ ਦਿਸਦਾ ਵੀ ਅਡੋਲ ਹੈ, ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨਾਂ ਤੇ ਸਤਿਗੁਰਾਂ ਦੇ ਦਰ ਘਰ ਤੇ ਪੂਰੀ ਸ਼ਰਧਾ ਹੈ। ਸਤਿਗੁਰ ਬਾਹਰ ਮੇਵੜਾ ਭੇਜਾ। ਇਧਰ ਮਹਾਰਾਜ ਵੀ ਜਾਣਦੇ ਆ ਵੀ ਭਾਈ ਮੰਝ ਜਿਹੜਾ ਬੜਾ ਸਿੱਖੀ ਵਿੱਚ ਪਰਪੱਖ ਹੈ, ਅਡੋਲ ਨਿਹਚੇ ਵਾਲਾ। ਗੁਰੂ ਅਰਜਨ ਦੇਵ ਜੀ ਮਹਾਰਾਜੀਆਂ ਪਰਖ ਵਾਸਤੇ ਅੰਮ੍ਰਿਤਸਰ ਸਾਹਿਬ ਤੋਂ ਫੇਰ ਇੱਕ ਅਰਦਾਸੀਆ ਭੇਜਿਆ ਹੈ। ਕਹਿਓ ਹੁਕਮਨਾਮਾ ਇਹੋ ਲੈ ਜਾ। ਤੇ ਸਿੱਖ ਨੂੰ ਆਪਦੇ ਕੋਲ ਬੁਲਾ ਕੇ ਆਖਿਆ, ਇਹ ਸਿੱਖਾ ਆ ਸਾਡਾ ਹੁਕਮਨਾਮਾ ਜਿਹੜਾ ਲੈ ਜਾਣਾ ਕਰ। ਪ੍ਰਥਮ ਰਜਤ ਪਨ 21 ਲੇਹੋ। ਤੇ ਭਾਈ ਮੰਝ ਨਾਮ ਦਾ ਸਿੱਖ ਸਾਡਾ ਫਲਾਣੇ ਨਗਰ ਵਿੱਚ ਰਹਿੰਦਾ, ਇਹ ਹੁਕਮਨਾਮਾ ਉਹਦੇ ਵਾਸਤੇ ਹੈ। ਯਾਦ ਰਹੇ ਦੇਣ ਤੋਂ ਪਹਿਲਾਂ 21 ਰੁਪਏ ਉਹਦੇ ਤੋਂ ਦਰਸ਼ਨਾਂ ਦੀ ਭੇਟਾ ਲੈਣੀ ਹੈ। ਬਾਹਰ ਹੁਕਮਨਾਮਾ ਤਿਸ ਦੇਹੋ। 21 ਰੁਪਏ ਲੈ ਕੇ ਫੇਰ ਭਾਈ ਮੰਝ ਨੂੰ ਹੁਕਮਨਾਮਾ ਫੜਾ ਦੇਵੀਂ। ਸਤਿਗੁਰ ਆਇਸ ਤੇ ਮਗ ਚੱਲਿਓ। ਇਸ ਤਰ੍ਹਾਂ ਉਹ ਸਿੱਖ ਮਹਾਰਾਜ ਦੀ ਆਗਿਆ ਲੈ ਕੇ ਅੰਮ੍ਰਿਤਸਰ ਸਾਹਿਬ ਤੋਂ ਤੁਰਿਆ ਹੈ। ਆਏ ਪੁਰੀ ਮਹਿਮਾਨ ਜੋ ਸੋ ਮਿਲਿਓ। ਤੇ ਭਾਈ ਮੰਝ ਦੇ ਪਿੰਡ ਆ ਭਾਈ ਮੰਝ ਜੀ ਦੇ ਨਾਲ ਮਿਲਿਆ ਹੈ। ਦੇਖਤ ਹੋਇਆ ਹਰਖ ਵਿਸਾਲਾ। ਭਾਈ ਮੰਝ ਜੀ ਵੇਖ ਕੇ ਬਹੁਤ ਖੁਸ਼ ਹੋਇਆ ਕਿ ਅੰਮ੍ਰਿਤਸਰ ਸਾਹਿਬ ਤੋਂ ਸਤਿਗੁਰਾਂ ਦਾ ਸਿੱਖ ਆਇਆ ਹੈ। ਸਤਿਗੁਰ ਮੋ ਕਹੋ ਕੀਨ ਨਿਹਾਲਾ। ਤੇ ਮਨ ਵਿੱਚ ਵਿਚਾਰਦਾ ਵੀ ਮੇਰੇ ਕਿੱਡੇ ਵੱਡੇ ਭਾਗ ਹੈ ਵੀ ਕਿੰਨੇ ਸਿੱਖ ਹੈ ਸੰਸਾਰ ਤੇ ਮਹਾਰਾਜ ਦੇ, ਪਰ ਮੇਰੇ ਵੱਡੇ ਹੀ ਭਾਗ ਹੈ ਨਾ, ਮਹਾਰਾਜ ਮੈਨੂੰ ਵਾਰ-ਵਾਰ ਯਾਦ ਕਰਦੇ ਹੈ। ਸਤਿਗੁਰੂ ਵਾਰ-ਵਾਰ ਮੈਨੂੰ ਯਾਦ ਰੱਖਦੇ ਹਨ, ਵੱਡੇ ਮੇਰੇ ਭਾਗ ਹਨ। ਚੱਲਾ ਸਦਨ ਮੈਂ ਪਦ ਨਿਜ ਪਾਵਾ। ਇਸ ਤਰ੍ਹਾਂ ਉਹ ਸਿੱਖ ਦੇ ਚਰਨੀ ਪਏ ਆ ਭਾਈ ਮੰਝ ਜੀ। ਆਖਿਆ, ਹੇ ਮਹਾਰਾਜ, ਹੇ ਗੁਰੂ ਕੇ ਸਿੱਖ, ਚਲੋ ਮੇਰੇ ਨਾਲ ਭਾਈ ਗਰੀਬ ਦੇ ਗ੍ਰਹਿ ਵਿਖੇ ਜਾ ਕੇ ਤੇ ਗ੍ਰਹਿ ਪਵਿੱਤਰ ਕਰੋ। ਆਪਦੇ ਪਵਿੱਤਰ ਚਰਨ ਜਿਹੜੇ ਆ ਇਹ ਗੁਰੂ ਕੇ ਸਿੱਖ ਮੇਰੇ ਘਰੇ ਪਾਉਣੇ ਕਰੋ। ਗੁਰੂ ਹੁਕਮ ਪੁਨ ਮੋਹਿ ਦਿਖਾਵਾ। ਤੇ ਪੁਨਾ ਉਸ ਤੋਂ ਬਾਅਦ ਪਹਿਲਾਂ ਘਰੇ ਜਾ ਕੇ ਜਲ ਪਾਣੀ ਛਕਣਾ, ਫੇਰ ਸਤਿਗੁਰਾਂ ਦਾ ਹੁਕਮ ਆਪ ਜੀ ਮੈਨੂੰ ਵਿਖਾਉਣਾ ਕਰੋ ਜੀ। ਸਨਮਾਨਿਤ ਗ੍ਰਹਿ ਮੈਂ ਲੈ ਗਇਓ। ਬੜਾ ਸਤਿਕਾਰ ਕਰਦੇ ਭਾਈ ਮੰਝ ਜੀ ਸਿੱਖ ਨੂੰ ਆਪਣੇ ਘਰ ਲੈ ਗਏ ਆ। ਮੰਚ ਡਸਾਏ ਬਿਠਾਵਣ ਕਇਓ। ਤੇ ਪਲੰਗਾ ਢਹਾ ਕੇ ਗਲੀਚੇ ਵਿਛਾ ਕੇ ਤੇ ਸਿੱਖ ਨੂੰ ਉੱਚੇ ਥਾਂ ਬਿਠਾਉਣਾ ਕੀਤਾ ਹੈ। ਕਹਿਓ ਮੇ ਬੜੇ ਇਮ ਸੁਨ ਲੇਹੋ। ਤੇ ਫਿਰ ਮੇਵੜਾ ਸਿੱਖ ਜਿਹੜਾ ਉਹਨੇ ਆਖਿਆ ਭਾਈ ਮੰਝ ਨੂੰ ਕਿ ਭਾਈ ਸੁਣਨਾ ਕਰ ਤੇਰੇ ਵਾਸਤੇ ਜੋ ਹੈ। ਪ੍ਰਥਮ 21 ਰਜਤ ਪਣ ਦੇਹੋ। ਵੀ ਆ ਹੁਕਮ ਆਇਆ ਗੁਰੂ ਅਰਜਨ ਦੇਵ ਮਹਾਰਾਜ ਦਾ, ਪਰੇ ਲੈਣ ਵਾਸਤੇ ਪਹਿਲਾਂ ਤੈਨੂੰ 21 ਰੁਪਏ ਮੈਨੂੰ ਦੇਣੇ ਪੈਣੇ ਆ। ਪਿੱਛੇ ਹੁਕਮ ਗੁਰੂ ਕੋ ਦੇਖੋ। ਤੇ ਉਸ ਤੋਂ ਬਾਅਦ ਆ ਹੁਕਮਨਾਮਾ ਤੇ ਲੈ ਲਵੀਂ, ਫਿਰ ਦਰਸ਼ਨ ਹੋਣਗੇ। ਪਹਿਲਾਂ 21 ਰੁਪਏ ਦੇਣੇ ਪੈਣੇ ਆ। ਕੀਜਹਿ ਆਪਣੇ ਹਰਖ ਵਿਸ਼ੇਖ। ਲੈ ਫਿਰ ਆਪਦੇ ਮਨ ਵਿੱਚ ਵੱਡੀ ਖੁਸ਼ੀ ਕਰ ਲਵੀਂ, ਹੁਕਮਨਾਮਾ ਲੈ ਲਵੀਂ, ਪਰ ਉਹਦੇ ਤੋਂ ਪਹਿਲਾਂ ਭੇਟਾ ਜਿਹੜੀ ਉਹ ਦੇਣੀ ਪਵੇਗੀ। ਸੁਨਤ ਮਾਂਝਨੇ ਆਨੰਦ ਠਾਨਿਓ। ਤੇ ਸੁਣ ਕੇ ਭਾਈ ਮੰਝ ਜੀ ਬੜੇ ਖੁਸ਼ ਹੋਏ ਹਨ ਹਿਰਦੇ ਵਿੱਚ। ਮੁਝ ਕੋ ਗੁਰ ਆਪਨੋ ਕਰ ਜਾਣਿਓ। ਤੇ ਵਿਚਾਰਿਆ
ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਮੈਨੂੰ ਆਪਦਾ ਕਰਕੇ ਜਾਣਦੇ ਆ, ਮੈਨੂੰ ਵਾਰ-ਵਾਰ ਸੱਚੇ ਪਾਤਸ਼ਾਹ ਜੀ ਯਾਦ ਕਰ ਰਹੇ ਹਨ। ਨਿਜ ਦਾਰਾ ਕੋ ਸਕਲ ਸੁਨਾਵਾ। ਤੇ ਇਸ ਤਰ੍ਹਾਂ ਆਪਣੀ ਪਤਨੀ ਨੂੰ ਫਿਰ ਸਾਰੀ ਗੱਲ ਭਾਈ ਮੰਝ ਜੀਆਂ ਦੱਸੀ ਵੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਫਿਰ ਸਿੱਖ ਭੇਜਿਆ ਹੁਕਮਨਾਮਾ ਦੇ ਕੇ, ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਸਾਡੇ ਪਾਸ ਘਰ ਵਿੱਚ ਆਇਆ ਹੈ। ਗੁਰ ਕੋ ਬਾਹਰ ਮੇ ਬੜਾ ਆਵਾ। ਹਾਂ, ਹੇ ਭਾਗਵਾਨੇ ਪਤਨੀ, ਫੇਰ ਉਹ ਸਤਿਗੁਰਾਂ ਦਾ ਜਿਹੜਾ ਭੇਜਿਆ ਅਰਦਾਸੀਆ ਸਿੱਖ ਆਇਆ ਹੈ। ਭੇਟ 2100 ਰੁਪਈਨ ਤੇ ਕਹੈ। ਉਹ 21 ਰੁਪਈਏ ਭੇਟਾ ਕਹਿੰਦਾ ਹੁਕਮਨਾਮਾ ਲੈਣ ਵਾਸਤੇ। ਬਾਹਰ ਹੁਕਮ ਕੋ ਦੇਬੋ ਤੇ ਚਾਹੈ। ਉਹ ਫੇਰ ਕਹਿੰਦਾ ਵੀ ਮੈਂ ਹੁਕਮਨਾਮਾ ਮਹਾਰਾਜ ਦਾ ਫੇਰ ਦੇਵਾਂਗਾ, ਪਹਿਲਾਂ 21 ਰੁਪਈਏ ਭੇਟਾ ਉਹ ਲੈਂਦਾ। ਮਹਾਰਾਜ ਦਾ ਉਹਨੂੰ ਹੁਕਮ ਜਿਵੇਂ ਹੋਇਆ ਹੈ। ਸੁਨਤ ਸਿੱਖਣੀ ਭਈ ਪ੍ਰਸੰਨ। ਤੇ ਇਹ ਸਿਦਕੀ ਸਿੱਖਣੀ ਜਿਹੜੀ ਭਾਈ ਮੰਝ ਦੀ ਪਤਨੀ ਸੁਣ ਕੇ ਬਹੁਤ ਖੁਸ਼ ਹੋਈ ਹੈ। ਕਹਿਤ ਭਈ ਮਾਨਹੁ ਨਿਜ ਧਨ। ਤੇ ਕਹਿੰਦੀ ਹੈ, ਇਹ ਪਤੀ ਜੀ, ਲੈ ਗੁਰੂ ਕਾ ਸਿੱਖ ਫਿਰ ਆਇਆ ਆਪਣੇ ਘਰ, ਤੇ ਜਾਣੀਏ ਵੀ ਆਪਾਂ ਦਾ ਧਨ ਆ, ਆਪਣੇ ਵੱਡੇ ਭਾਗ ਹਨ, ਇਉਂ ਮੰਨਣਾ ਚਾਹੀਦਾ ਹੈ। ਸਿਮਰਤ ਹੈ ਸਤਿਗੁਰ ਤੁਜ ਤਾਈ। ਇਹ ਪਤੀ ਜੀ, ਤੁਸੀਂ ਕਿੱਡੇ ਵੱਡੇ ਭਾਗਾਂ ਵਾਲੇ ਹੋ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੁਹਾਨੂੰ ਫਿਰ ਸਿਮਰਦੇ ਪਏ ਐ, ਤੁਹਾਨੂੰ ਮਹਾਰਾਜ ਯਾਦ ਕਰ ਰਹੇ ਐ। ਸਤਿਗੁਰਾਂ ਦੇ ਤੁਸੀਂ ਮਨ ਵਿੱਚ ਹੋ, ਸਤਿਗੁਰੂ ਤੁਹਾਨੂੰ ਯਾਦ ਕਰਦੇ ਹਨ। ਜਾਨ ਆਪਨ ਦਇਆ ਕਰਾਈ। ਤੇ ਐਂ ਜਾਣੋ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਤੇ ਬਹੁਤ ਦਇਆ ਕਰ ਰਹੇ ਆ। ਆਪਦਾ ਜਾਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਤਰੁੱਠੇ ਹੋਏ ਐ, ਵਾਰ-ਵਾਰ ਹੁਕਮ ਭੇਜਦੇ ਆ, ਖੁਸ਼ ਹਨ। ਸੁਗਮ ਬਾਤ ਤੁਝ ਸੋ ਇੱਕ ਪਾਖਾਂ। ਤੇ ਇਹ ਪਤੀ ਜੀ 21 ਰੁਪਈਆਂ ਦੀ ਜਿਹੜੀ ਗੱਲ ਕਰਦੇ ਹੋ, ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਸੌਖੀ ਜੀ ਗੱਲ ਦੱਸਦੀ। 21 ਰੁਪਈਏ ਕਮਾਉਣੇ ਆ ਨਾ, ਜੇ ਲੈਣੇ ਸਿੱਖ ਨੂੰ ਦੇਣੇ ਆ, ਇੱਕ ਸੌਖੀ ਜੀ ਗੱਲ ਮੈਂ ਤਰੀਕਾ ਤੁਹਾਨੂੰ ਦੱਸਦੀ ਹਾਂ। ਅਬ ਗਿਰਵੀ ਮੁਝ ਕੋ ਕਿਤ ਰਾਖੋ। ਵੀ ਆਪ ਮੈਨੂੰ ਕਿਤੇ ਗਹਿਣੇ ਪਾਓ, ਮੈਨੂੰ ਆਪ ਜੀ ਕਿਸੇ ਪਾਸੇ ਕਿਸੇ ਦੇ ਪਾਸ ਗਹਿਣੇ ਪਾ ਦਿਓ ਜੀ। ਟਹਿਲ ਕਰਹਾਂ ਤਿਸ ਕੀ ਚਿਤ ਲਾਏ। ਤੇ ਮੈਂ ਉਹਨਾਂ ਦੇ ਘਰੇ ਨੌਕਰ ਲੱਗ ਜਾਵਾਂਗੀ। ਜਿਵੇਂ ਉਹ ਆਪਾਂ ਕੋਈ ਸੀਰੀ ਆਦਿਕ ਸੀਰਾਂ ਚੱਲਦੀਆਂ, ਉਹ ਪੇਸ਼ਗੀ ਪਹਿਲਾਂ ਲੈ ਲੈਂਦੇ ਆ, ਫਿਰ ਉਹ ਜਿਹੜਾ ਕੁਝ ਲਿਆ ਹੁੰਦਾ ਹੈ ਉਹ ਫਿਰ ਆਪਦਾ ਦਿਹਾੜੀ ਵਿੱਚੋਂ ਕਟਾਈ ਜਾਂਦੇ ਜਦੋਂ ਪੂਰਾ ਹੋ ਜਾਂਦਾ ਫਿਰ ਉਦੋਂ ਫਿਰ ਉਹ ਫਾਰਗ ਹੁੰਦੇ ਆ। ਉਹਦਾ ਭਾਵ ਹੁੰਦਾ ਵੀ ਉਹਨਾਂ ਸਮਾਂ ਉਹ ਕਿਸੇ ਹੋਰ ਦਾ ਕੰਮ ਨਹੀਂ ਕਰਨਗੇ ਜਿੰਨਾ ਸਮਾਂ ਉਹਦੀ ਪੇਸ਼ਗੀ ਲਈ ਹੋਈ, ਉਹ ਪਹਿਲਾਂ ਲਿਆ ਹੋਇਆ, ਜਿਹਨੂੰ ਆਪਾਂ ਸਾਈ ਕਹਿ ਦੋ, ਉਹ ਪਹਿਲਾਂ ਲਏ ਹੋਏ ਪੈਸੇ ਜਿੰਨਾ ਚਿਰ ਪੂਰੇ ਨਹੀਂ ਹੁੰਦੇ ਉਹ ਕਿਸੇ ਦਾ ਕੰਮ ਨਹੀਂ ਕਰ ਸਕਦਾ। ਤੋਂ ਪਹਿਲਾਂ ਲੋਕ ਇਸ ਤਰ੍ਹਾਂ ਉਹ ਗਹਿਣੇ ਪੈ ਜਾਂਦੇ ਸੀ, ਭਾਵ ਮਾਇਆ ਫੜ ਲੈਣੀ ਤੇ ਉਹਨਾਂ ਦੀ ਨੌਕਰੀ ਕਰੀ ਜਾਣੀ ਕਿੰਨੇ ਕਿੰਨੇ ਸਾਲ, ਉਹ ਮਾਇਆ ਵਿੱਚੋਂ ਕਟਾ ਦੇਣੀ, ਜਦੋਂ ਪੂਰੇ ਹੋ ਜਾਣੇ ਫਿਰ ਅੱਗੇ ਫੜ ਲੈਣੇ। ਤੋ ਇਸ ਤਰ੍ਹਾਂ ਉਹ ਕਹਿੰਦੀ, ਪਤੀ ਜੀ ਮੈਂ ਨੌਕਰੀ ਲੱਗ ਜਾਨੀ ਕਿਸੇ ਦੇ ਘਰੇ ਦਾਸੀ ਬਣ ਕੇ, ਉਹਨਾਂ ਦਾ ਕੰਮ ਕਰੀ ਜਾਵਾਂਗੀ ਉਹਨਾਂ ਸਮਾਂ ਜਿੰਨਾ ਸਮਾਂ ਪੈਸੇ ਪੂਰੇ ਨਾ ਹੋਣਗੇ। ਤੁਸੀਂ ਮਾਇਆ 21 ਰੁਪਈਏ ਲੈ ਲਓ ਤੇ ਉਹਦੇ ਬਦਲੇ ਮੈਨੂੰ ਗਹਿਣੇ ਪਾ ਦਿਓ ਜੀ। ਕਹੀਅਤ ਧਨ ਤਹ ਤੇ ਲੈ ਆਏ। ਤੇ ਇਸ ਤਰ੍ਹਾਂ ਆਪਾਂ ਉਹ ਚੱਲੀਏ ਤੇ ਧਨ ਲੈ ਆਈਏ ਉੱਥੋਂ। ਤੋ ਇਸ ਤਰ੍ਹਾਂ ਸਤ ਸੰਗ ਦੀ ਅੱਗੇ ਲੋਕਾਂ ਵਿੱਚ ਦੀਨ ਧਰਮ ਹੁੰਦਾ ਸੀ, ਮਾਇਆ ਫੜ ਲੈਣੀ, ਜਿਹੜੀ ਜ਼ੁਬਾਨ ਕਰਨੀ ਫਿਰ ਉਹਦੇ ਤੇ ਪੂਰੇ ਉਤਰਨਾ। ਤੇ ਇਸ ਤਰ੍ਹਾਂ ਦੇ ਜਿਹੜੇ ਹੈ ਉਹ ਚੱਲਦੇ ਰਹੇ ਹੈ। ਸਮਾਂ ਉਹ ਸਮੇਂ ਹੈ ਸੀ ਐਸਾ। ਤੋ ਜਿਵੇਂ ਫਿਰ ਉਹ ਭਾਈ ਵੀਰ ਸਿੰਘ ਜੀਆਂ ਉਹ ਥੱਲੇ ਟੂਕ ਮਾਤਰ ਦਿੱਤਾ ਹੈ ਵੀ ਭਗਤ ਨਰਸੀ ਜੀ ਹੋਏ ਆ, ਉਹਨਾਂ ਨੂੰ ਮਾਇਆ ਦੀ ਕਦੇ ਲੋੜ ਸੀ ਤੇ ਉਹਨਾਂ ਫਿਰ ਕਿਸੇ ਦੇ ਪਾਸ ਕੇਦਾਰਾ ਰਾਗ ਜਿਹੜਾ ਉਹ ਗਹਿਣੇ ਪਾ ਦਿੱਤਾ ਸੀ। ਵੀ ਉਹ ਕੇਦਾਰਾ ਰਾਗ ਗਾਉਣ ਵਿੱਚ ਮਾਹਰ ਸੀ ਤੇ ਬੜਾ ਪਿਆਰਾ ਰਾਗ ਸੀ ਉਹਨਾਂ ਦਾ, ਭਾਈ ਨਰਸੀ ਜੀ ਦਾ, ਭਗਤ ਜੀ ਦਾ। ਉਹਨਾਂ ਆਖਿਆ ਸੀ ਵੀ ਕੇਦਾਰਾ ਰਾਗ ਮੈਂ ਤੁਹਾਡੇ ਕੋਲ ਗਹਿਣੇ ਪਾਉਣਾ, ਕਿਉਂਕਿ ਲੋਕ ਜ਼ਬਾਨ ਵਾਲੇ ਸੀ। ਤੇ ਉਹਨਾਂ ਸਮਾਂ ਮੈਂ ਕੇਦਾਰਾ ਰਾਗ ਨਹੀਂ ਗਾਵਾਂਗਾ ਜਿੰਨਾ ਸਮਾਂ ਤੁਹਾਨੂੰ ਤੁਹਾਡੀ ਮਾਇਆ ਨਹੀਂ ਮੋੜਾਂਗਾ। ਇਸ ਤਰ੍ਹਾਂ ਮਾਇਆ ਲੈ ਕੇ ਤੇ ਕੇਦਾਰਾ ਰਾਗ ਗਹਿਣੇ ਪਾ ਦਿੱਤਾ ਸੀ। ਇਸ ਤਰ੍ਹਾਂ ਦਾ ਉਹ ਸਮਾਂ ਰਿਹਾ ਸੁਹਾਵਣਾ। ਤੋ ਉਹੀ ਗੱਲ ਇਹ ਮਾਈ ਕਹਿੰਦੀ ਹੈ ਕਿ ਪਤੀ ਜੀ ਆਪਾਂ ਇਸ ਤਰ੍ਹਾਂ ਕਰ ਲਈਏ, ਮੈਂ ਗਹਿਣੇ ਮੈਨੂੰ ਪਾ ਦਿਓ ਤੇ ਮਾਇਆ ਫੜ ਲੈਨੇ ਆ, ਮੈਂ ਮਾਇਆ ਕੰਮ ਕਰ ਕਰਕੇ ਉਹਨਾਂ ਦਾ ਸਾਰੀ ਉਤਾਰ ਦੇਵਾਂਗੀ। ਮੰਝ ਸੁਨਤ ਸੋਈ ਬਿਧ ਕੀਨ। ਤੇ ਇਸ ਤਰ੍ਹਾਂ ਕਰੀਏ ਤੇ ਆਪਾਂ ਧਨ ਲੈ ਆਉਣੇ ਆ। ਭਾਈ ਮੰਝ ਦੀਆਂ ਮੰਨ ਗਏ ਸੁਣ ਕੇ ਤੇ ਉਸੇ ਤਰ੍ਹਾਂ ਹੀ ਕੀਤਾ ਹੈ। ਗਿਰਵੀ ਰਾਖ ਦਰਬ ਸੋਲੀਨ। ਆਪਣੀ ਘਰਵਾਲੀ ਨੂੰ
ਗਹਿਣੇ ਭਾਵ ਕਿ ਉਹ ਮਾਇਆ ਲੈ ਲਈ ਤੇ ਉਹਨਾਂ ਦੇ ਕੰਮ ਕਰਨ ਵਜੋਂ ਨੌਕਰੀ ਵਜੋਂ ਦੇ ਦਿੱਤਾ। ਉਹਦਾ ਸਮਾਂ ਸਾਰਾ ਹੀ ਵੀ ਉਹਨਾਂ ਦੇ ਕੰਮ ਕਰੇਗੀ, ਭਾਂਡੇ ਛੰਨੇ ਆਦਿਕ ਮਾਂਜਣੇ। ਤੋ ਇਸ ਤਰ੍ਹਾਂ ਦਾ ਜਿਹੜਾ ਉਹ ਕੌਤਕ ਕੀਤਾ, ਭਾਈ ਮੰਝ ਦੀਆਂ ਮਾਇਆ ਲੈ ਲਈ ਹੈ। ਦੀਨ ਮੇ ਬੜੇ ਕੂਹਰ ਖਾਏ, ਤੇ ਬੜੇ ਖੁਸ਼ ਹੋ ਕੇ ਮੱਥੇ ਵੱਟ ਨਹੀਂ ਪਾਇਆ ਤੇ 21 ਰੁਪਏ ਸਿੱਖ ਨੂੰ ਦੇ ਦਿੱਤੇ ਹਨ। ਲਿਓ ਹੁਕਮਨਾਮਾ ਸੁਖ ਪਾਏ, ਤੇ ਸਤਿਗੁਰਾਂ ਦਾ ਹੁਕਮਨਾਮਾ ਸਿੱਖ ਤੋਂ ਲੈ ਲਿਆ ਹੈ, ਬੜਾ ਸੁਖ ਪ੍ਰਾਪਤ ਹੋਇਆ ਹੈ। ਪੜ੍ਹਿਓ ਸੋ ਗੁਰ ਨੇ ਨਿਕਟ ਹਮ ਹਕਾਰਾ। ਤੇ ਉਹ ਹੁਕਮ 'ਚ ਲਿਖਿਆ ਕੀ ਹੈ? ਭਾਈ ਮੰਝ ਜੀ ਜਦੋਂ ਖੋਲ ਕੇ ਦਰਸ਼ਨ ਕੀਤੇ, ਉਹਦੇ ਵਿੱਚ ਮਹਾਰਾਜ ਨੇ ਲਿਖਿਆ ਕਿ ਇਹ ਭਾਈ ਮੰਝ, ਆਓ ਭਾਈ ਅੰਮ੍ਰਿਤਸਰ ਸਾਹਿਬ ਆ ਜਾਓ, ਅਸੀਂ ਤੁਹਾਨੂੰ ਯਾਦ ਕਰਦੇ ਤੇ ਸੇਵਾ ਕਰੋ। ਸਤਿਗੁਰਾਂ ਨੇ ਸੱਦਾ ਭੇਜਿਆ ਇਸ ਹੁਕਮ ਦੇ ਵਿੱਚ। ਸਰਬ ਸੁਨਾਏ ਆਪਣੀ ਦਾਰਾ। ਇਹ ਸਾਰੀ ਗੱਲ ਆਪਦੀ ਘਰਵਾਲੀ ਨੂੰ ਭਾਈ ਮੰਝ ਜੀਆਂ ਖੁਸ਼ ਹੋ ਕੇ ਦੱਸੀ ਹੈ, ਬੜਾ ਚਾਅ ਹੈ ਮਨ ਦੇ ਵਿੱਚ। ਮੈਂ ਗੁਰ ਕੀ ਸੇਵਾ ਹਿਤ ਜਾਵਾ। ਆਖਿਆ ਹੈ ਧਰਮ ਸੁਪਤਨੀ, ਮੇਰੇ ਵੱਡੇ ਭਾਗ ਜਾਗੇ ਆ, ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਮੈਨੂੰ ਯਾਦ ਕੀਤਾ ਹੈ, ਸੱਦਾ ਭੇਜਿਆ, ਵੇਖ ਹੁਕਮਨਾਮਾ ਭੇਜਿਆ ਗੁਰੂ ਗਰੀਬ ਨਵਾਜ ਮਹਾਰਾਜ ਨੇ ਕਿ ਆਓ ਭਾਈ ਮੰਝ ਸੇਵਾ ਕਰਨੀ ਅੰਮ੍ਰਿਤਸਰ ਸਾਹਿਬ ਦੀ। ਮੈਂ ਜਾਵਾਂਗਾ ਗੁਰੂ ਕੇ ਦੁਆਰੇ ਅੰਮ੍ਰਿਤਸਰ ਸਾਹਿਬ ਸੇਵਾ ਕਰਨ ਵਾਸਤੇ। ਪਾਸ ਰਹਾ ਸਬਰੀ ਤੁਰਿ ਜਾਵਾ। ਤੇ ਉਥੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਰਵਾਂਗਾ, 2 ਵੇਲੇ ਹਰ ਵੇਲੇ ਮਹਾਰਾਜ ਦੇ ਦਰਸ਼ਨ ਕਰਾਂਗਾ, ਸਤਿਗੁਰਾਂ ਦੀ ਖੁਸ਼ੀ ਲਵਾਂਗਾ। ਹੋਏ ਕਿਰਪਾਲ ਨਿਹਾਲ ਕਰੈ ਹੈ। ਸੱਚੇ ਪਾਤਸ਼ਾਹ ਜੀ ਮੇਰੀ ਸੇਵਾ ਤੋਂ ਖੁਸ਼ ਹੋ ਕਰਕੇ ਮੈਨੂੰ ਨਿਹਾਲ ਕਰ ਦੇਣਗੇ, ਮੇਰਾ ਜੀਵਨ ਸਫਲਾ ਕਰ ਦੇਵਣਗੇ। ਤਬ ਮੈਂ ਤੁਝ ਸੋ ਮੇਲ ਬਨੈ ਹੈ। ਤੇ ਫਿਰ ਆਪਣਾ ਜਨਮ ਸਫਲਾ ਕਰਕੇ ਮੁੜ ਕੇ ਮੈਂ ਤੇਰੇ ਨਾਲ ਆ ਮਿਲਾਪ ਕਰਾਂਗਾ, ਫਿਰ ਘਰੇ ਮੁੜਾਂਗਾ, ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਲਵਾਂਗਾ। ਯਹ ਮਸਲਤ ਕਰ ਵੇਚੋ ਕਾਸੋ। ਤੇ ਇਸ ਤਰ੍ਹਾਂ ਫਿਰ ਘਰੇ ਘਾਹ ਲਿਆਂਦੀ ਬੈਠਾ ਸੀ ਭਾਈ ਮੰਝ, ਵੱਢ ਕੇ ਤੜਕੇ ਹੀ ਸਲਾਹ ਮਸ਼ਵਰਾ ਪਤਨੀ ਨਾਲ ਕੀਤਾ ਅੰਮ੍ਰਿਤਸਰ ਸਾਹਿਬ ਜਾਣ ਵਾਸਤੇ। ਘਾਹ ਜਿਹੜਾ ਉਹ ਮੰਡੀ ਵਿੱਚ ਵੇਚ ਦਿੱਤਾ ਹੈ। ਭੋਜਨ ਆਨਿਓ ਆਪਨ ਆਵਾਸ। ਤੇ ਬਸ ਉਹ ਘਾਹ ਵੇਚ ਕੇ ਗੁਜ਼ਾਰਾ ਕਰਦੇ ਸੀ। ਘਾਹ ਵੇਚਿਆ ਤੇ ਉਹ ਕੁਝ ਸੌਦਾ ਲੈ ਆਂਦਾ ਹੈ ਛਕਣ ਵਾਸਤੇ, ਭੋਜਨ ਲਈ। ਕਰਿਓ ਮੇਵੜੇ ਤਬ ਹੈ ਆਹਾਰਾ। ਤਿਆਰ ਕਰਕੇ ਤੇ ਉਹ ਜਿਹੜਾ ਮੇਵੜਾ ਕਈ ਅਰਦਾਸੀਆ ਸਿੱਖ ਮਹਾਰਾਜ ਦਾ ਭੇਜਿਆ, ਉਹਨੂੰ ਬੜੇ ਸਤਿਕਾਰ ਦੇ ਨਾਲ ਭੋਜਨ ਛਕਾਇਆ ਹੈ। ਅਚਿਓ ਸੁਪਤ ਪਾਨਿਸਾ ਮਝਾਰਾ। ਤੇ ਪ੍ਰਸ਼ਾਦਾ ਪਾਣੀ ਛਕਿਆ ਸਾਰੇ ਪਰਿਵਾਰ ਨੇ। ਰਾਤ ਹੋਈ ਹੈ, ਬਰਾਜ ਗਏ ਹਨ। ਉਠ ਪ੍ਰਭਾਤ ਤਿਸ ਕੇ ਸੰਗ ਚਾਲਾ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਮਹਾਰਾਜ ਦਾ ਹੁਕਮ ਹੈ ਨਾ ਵੀ ਇੱਥੇ ਆ ਜਾਓ ਭਾਈ ਮੰਝ ਜੀ, ਤੇ ਸੱਚੇ ਪਾਤਸ਼ਾਹ ਮਹਾਰਾਜ ਦਾ ਹੁਕਮ ਮੰਨ ਕੇ ਅੰਮ੍ਰਿਤ ਵੇਲੇ ਉਹ ਸਿੱਖ ਦੇ ਨਾਲ ਹੀ ਭਾਈ ਮੰਝ ਜੀ ਵੀ ਤਿਆਰ ਹੋ ਗਏ ਆ। ਜਹਾਂ ਬਿਰਾਜ ਹੈ ਪ੍ਰਭੂ ਕਿਰਪਾਲਾ। ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਸੁਭਾਏ ਮਨ ਹੋ ਰਹੇ ਹੈ, ਪਾਵਨ ਪਵਿੱਤਰ ਧਰਤੀ ਤੇ ਭਾਈ ਮੰਝ ਜੀ ਜਾ ਰਹੇ ਸਿੱਖ ਨਾਲ। ਜਾਏ ਗੁਰੂ ਕੋ ਦਰਸ ਬਿਲੋਕਿਓ। ਇਸ ਤਰ੍ਹਾਂ ਉਹ ਸਿੱਖ ਦੇ ਨਾਲ ਹੀ ਭਾਈ ਮੰਝ ਜੀ ਅੰਮ੍ਰਿਤਸਰ ਸਾਹਿਬ ਪਹੁੰਚੇ। ਜਾ ਕੇ ਧੰਨ ਗੁਰੂ ਅਰਜਨ ਦੇਵ ਸਤਿਗੁਰਾਂ ਦੇ ਦਰਸ਼ਨ ਕੀਤੇ ਆ। ਉਮਗਿਓ ਪ੍ਰੇਮ ਕੰਠ ਜਨ ਰੋਕਿਓ। ਤੇ ਮਹਾਰਾਜ ਦੇ ਦਰਸ਼ਨ ਕਰਕੇ ਨੂਰਾਨੀ ਚਿਹਰਾ ਸਤਿਗੁਰਾਂ ਦਾ ਜਦੋਂ ਡਿੱਠਾ ਤੇ ਬਾਣੀ ਗਦਗਦ ਹੋ ਗਈ, ਗਲਾ ਭਰ ਗਿਆ ਤੇ ਨਿਹਾਲ ਹੋ ਗਿਆ ਮਹਾਰਾਜ ਦੇ ਦਰਸ਼ਨ ਕਰਕੇ। ਸਤਿਗੁਰ ਨਿਜ ਰੁਖ ਨਹੀਂ ਜਨਾਏਬੋ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਧਿਆਨ ਹੀ ਨਹੀਂ ਦਿੱਤਾ ਭਾਈ ਮੰਝ ਜੀ ਆਏ ਵੱਲ। ਸਤਿਗੁਰੂ ਪਰਖਜੂ ਕਰ ਰਹੇ ਆ। ਇਹ ਬੜੇ ਚਾਅ ਨਾਲ ਗਿਆ, ਮਹਾਰਾਜ ਨੂੰ ਮੱਥਾ ਟੇਕਿਆ, ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਗੁਰੂ ਗਰੀਬ ਨਵਾਜ ਜੀ ਇਉਂ ਜਣਾਇਆ ਵੀ ਜਿਵੇਂ ਮਹਾਰਾਜ ਜਾਣਦੇ ਹੀ ਨਹੀਂ ਹੁੰਦੇ। ਸਤਿਗੁਰਾਂ ਬਹੁਤਾ ਧਿਆਨ ਹੀ ਨਾ ਦਿੱਤਾ ਹੈ। ਔਰ ਸਾਥ ਕਹਿ ਸੇਵਾ ਲਾਏਬੋ। ਤੇ ਮਹਾਰਾਜ ਭਾਈ ਮੰਝ ਨੂੰ ਬੁਲਾਇਆ ਹੀ ਨਾ ਸਤਿਗੁਰਾਂ ਨੇ। ਤੇ ਨਾਲ ਖੜੇ ਸਿੱਖ ਨੂੰ ਮਹਾਰਾਜ ਨੇ ਆਖ ਕੇ ਤੇ ਕਹਿੰਦੇ, ਮਹਾਰਾਜ ਵੀ ਉਹ ਆਪ ਜਿਹੜਾ ਸਿੱਖ ਆਇਆ ਨਾ ਅੱਜ, ਇਹਦੀ ਫਲਾਣੀ ਸੇਵਾ ਲਾ ਦਿਓ ਭਾਈ। ਮਹਾਰਾਜ ਨੇ ਭਾਈ ਮੰਝ ਨੂੰ ਨਹੀਂ ਬੁਲਾਇਆ ਤੇ ਹੋਰ ਸਿੱਖ ਨੂੰ ਕਹਿ ਕੇ ਇਹਦੀ ਸੇਵਾ ਲਵਾ ਦਿੱਤੀ ਹੈ। ਦੇਗ ਹੇਤ ਸਮਧਾਨਿਤ ਲਿਆਵੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੀ ਸੇਵਾ ਲਾਓ, ਵੀ ਇਹਨੂੰ ਕਹੋ ਵੀ ਲੱਕੜਾਂ ਲਿਆਵੇ ਲੰਗਰਾਂ ਵਾਸਤੇ, ਲੰਗਰ ਪਕਾਉਣ ਵਾਸਤੇ ਦੀ ਲੱਕੜਾਂ ਦੀ ਸੇਵਾ ਲਾ ਦਿਓ। ਭਇਓ ਪ੍ਰਸੰਨ ਗੁਰੂ ਜਿਮ ਪਾਵੈ। ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਮੂੰਹੋਂ ਸੁਣਿਆ, ਚਾਹੇ ਦੂਜੇ ਸਿੱਖ ਨੂੰ ਆਖਿਆ ਵੀ ਇਹਦੀ ਸੇਵਾ ਲਾ ਦਿਓ, ਮਹਾਰਾਜ ਨੇ ਬਹੁਤਾ ਧਿਆਨ ਨਾ ਵੀ ਦਿੱਤਾ। ਭਾਈ ਮੰਝ ਬਹੁਤ ਖੁਸ਼ ਹੋਇਆ, ਆਪਦੇ ਵੱਡੇ ਭਾਗ ਜਾਣੇ ਆ, ਜਿਵੇਂ ਗੁਰੂ ਨੂੰ ਪਾਉਂਦਾ ਉਸੇ ਵਿੱਚ ਹੀ ਮੈਂ ਖੁਸ਼ ਹਾਂ। ਜੇ ਮਹਾਰਾਜ ਲੱਕੜਾਂ ਦੀ ਸੇਵਾ ਕਹਿੰਦੇ ਆ
ਤੇ ਇਸੇ ਵਿੱਚ ਹੀ ਮੇਰੀ ਖੁਸ਼ੀ ਹੈ। ਵਹ ਰਜਾਏ ਨਿਤ ਈਂਧਨ ਆਨੈ। ਇਸ ਤਰ੍ਹਾਂ ਪੱਕੀ ਸੇਵਾ ਲਵਾ ਲਈ ਤੇ ਬਾਹਰ ਜਾ ਕੇ ਰੋਜ਼ ਹੀ ਭਾਈ ਮੰਝ ਜੀ ਲੱਕੜਾਂ ਲੈ ਆਉਂਦੇ ਆ ਸ਼ੁਸ਼ਕ ਭਾਰ ਭਾਰੀ ਤਿਸ ਥਾਨੈ। ਤੇ ਐ ਸੁੱਕੀਆਂ ਲੱਕੜਾਂ ਦੀ ਭਰੀ ਤਗੜੀ ਪੰਡ ਲੈ ਲੈ ਕੇ ਆਉਂਦੇ ਜੰਗਲ ਵਿੱਚੋਂ। ਗੁਰ ਲੰਗਰ ਮਹਿ ਦੇਵਹਿ ਆਨ। ਤੇ ਗੁਰੂ ਕੇ ਲੰਗਰਾਂ ਵਿੱਚ ਭਰੀ ਪੰਡ ਲੱਕੜਾਂ ਸੁੱਕੀਆਂ ਦੀ ਲਿਆ ਦਿੰਦੇ ਆ। ਭੋਜਨ ਖਾਏ ਕਰਹਿ ਗੁਜਰਾਨ। ਤੇ ਲੰਗਰ ਪੱਕ ਜਾਂਦਾ ਹੈ ਤੇ ਲੰਗਰ ਦੇ ਵਿੱਚ ਹੀ ਭੋਜਨ ਛਕ ਕੇ ਆਪਦਾ ਪੇਟ ਪਾਲ ਲੈਂਦੇ ਆ। ਪ੍ਰੇਮ ਲਗਨ ਮਹਿ ਰਹਿ ਨਿਮਗਨ। ਤੇ ਇੱਕ ਰਸ ਪ੍ਰੇਮ ਦੇ ਵਿੱਚ ਮਗਨ ਰਹਿੰਦੇ ਆ ਭਾਈ ਮੰਝ ਜੀ। ਗੁਰੂ ਅਰਜਨ ਦੇਵ ਮਹਾਰਾਜ ਦਾ ਨਾਮ ਜਪਦੇ ਆ। ਹਿਰਦੈ ਵਿਕਾਰ ਕਰੇ ਸਭ ਭਗਨ। ਤੇ ਭਾਈ ਸਾਹਿਬ ਜੀ ਇੱਥੇ ਸੇਵਾ ਕਰ ਕਰਕੇ ਲੱਕੜ ਦੀ ਤੇ ਆਪਦੇ ਮਨ ਦੇ ਸਾਰੇ ਜਿਹੜੇ ਵਿਸ਼ੇ ਵਿਕਾਰ ਉਹ ਨਾਸ਼ ਕਰ ਲਏ ਆ। ਕੇਤਕ ਦਇਓਸ ਬੀਤੀਤੇ ਜਬੈ। ਤੇ ਇਸ ਤਰ੍ਹਾਂ ਲੱਕੜਾਂ ਲਿਆਉਂਦੇ ਰਹੇ ਤੇ ਕੁਝ ਕੁ ਦਿਨ ਜਦੋਂ ਬਤੀਤ ਹੋਏ ਹਨ, ਅੰਤਰਯਾਮੀ ਬੂਝਿਓ ਤਬੈ। ਧੰਨ ਗੁਰੂ ਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਤਰਜਾਮੀ ਹੈ, ਸੱਚੇ ਪਾਤਸ਼ਾਹ ਜੀ ਸਭ ਕੁਝ ਜਾਣਨ ਵਾਲੇ ਆ। ਫਿਰ ਵੀ ਮਹਾਰਾਜ ਜੀਆਂ ਕਿਸੇ ਸਿੱਖ ਤੋਂ ਪੁੱਛਿਆ ਹੈ, ਮੰਝ ਸਿੱਖ ਇਸ ਬਲ ਜੋ ਆਵਾ। ਇਸ ਥਾਲ ਤੋਂ ਮਹਾਰਾਜ ਕਹਿੰਦੇ ਉਹ ਭਾਈ ਸਿੱਖਾ, ਇੱਥੇ ਆਪਣੇ ਇੱਕ ਮੰਝ ਨਾਮ ਦਾ ਸਿੱਖ ਕੁਝ ਦਿਨਾਂ ਤੋਂ ਆਇਆ ਹੈ। ਕਿਆ ਸੋ ਕਰਹਿ ਕਹਾਂ ਸੋ ਖਾਵਾ। ਉਹ ਕੀ ਕਰਦਾ ਹੈ, ਕਿਹੜੀ ਸੇਵਾ ਕਰਦਾ ਹੈ ਤੇ ਸੇਵਾ ਕਰਨ ਤੋਂ ਬਾਅਦ ਖਾਂਦਾ ਕਿੱਥੋਂ ਹੈ, ਇਹ ਦੱਸਣਾ ਕਰੋ। ਇੱਕ ਸਿੱਖ ਨੇ ਬਿਰਤਾਂਤ ਸੁਨਾਇਓ। ਇੱਕ ਸਿੱਖ ਜਿਹੜਾ ਭਾਈ ਮੰਝ ਨੂੰ ਨਾਲ ਰਹਿੰਦਾ ਸੀ, ਉਹਨੇ ਫਿਰ ਸਤਿਗੁਰਾਂ ਨੂੰ ਭਾਈ ਮੰਝ ਦੀ ਸਾਰਾ ਉਹ ਬਿਰਤਾਂਤ ਦੱਸਿਆ ਵੀ ਉਹ ਕਿੱਥੇ ਰਹਿੰਦਾ, ਕੀ ਖਾਂਦਾ ਹੈ। ਜਬ ਕੋ ਇਹਾਂ ਸਿੱਖ ਸੋ ਆਇਓ। ਕਹਿੰਦਾ ਹੇ ਗੁਰੂ ਅਰਜਨ ਦੇਵ ਜੀ, ਜਦੋਂ ਦਾ ਭਾਈ ਮੰਝ ਨਾਵੇਂ ਸਿੱਖ ਇੱਥੇ ਆਇਆ ਅੰਮ੍ਰਿਤਸਰ ਵਿੱਚ, ਈਂਧਨ ਕੋ ਸਕੇਲ ਬਹੁ ਲਿਆਵਹਿ। ਤੇ ਬੜੀ ਭਾਰੀ ਮਾਤਰਾ ਵਿੱਚ ਜੰਗਲ ਚੋਂ ਸੁੱਕੀ ਲੱਕੜ ਵੱਢ ਵੱਢ ਕੇ ਲੈ ਕੇ ਆਉਂਦਾ ਹੈ ਇਕੱਠੀ ਕਰਕੇ। ਲੰਗਰ ਤੇ ਭੋਜਨ ਕੋ ਖਾਵਹਿ। ਤੇ ਲੱਕੜ ਦੇ ਕੇ ਲੰਗਰ ਵਿੱਚ ਪ੍ਰਸ਼ਾਦਾ ਬਣੇ ਤੇ ਲੰਗਰ ਚੋਂ ਫਿਰ ਭੋਜਨ ਛਕ ਲੈਂਦਾ ਹੈ। ਭਇਓ ਹੁਕਮ ਸੇਵਾ ਮਹਿ ਖਾਮੀ। ਤੇ ਗਰੀਬ ਨਵਾਜ ਫਿਰ ਦਾ ਹੁਕਮ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਦਾ, ਸਿੱਖ ਉਸ ਨੂੰ। ਮਹਾਰਾਜ ਕਹਿੰਦੇ ਨਹੀਂ ਭਾਈ, ਕਹੋ ਭਾਈ ਮੰਝ ਨੂੰ ਵੀ ਤੇਰੀ ਸੇਵਾ 'ਚ ਖੋਟ ਆ ਜੇ, ਅਜੇ ਤੇਰੀ ਸੇਵਾ ਵਿੱਚ ਫਿਰ ਬੜੀ ਵੱਡੀ ਖਾਮੀ ਹੈ, ਬੜੀ ਵੱਡੀ ਕਮੀ ਹੈ, ਕਚਿਆਈ ਹੈ। ਕਰਤ ਬਿਗਾਰਨ ਆਪਣੋ ਕਾਮੀ। ਵੀ ਆਪਦਾ ਜਿਹੜਾ ਕੰਮ ਹੈ ਨਾ, ਉਹ ਕੁਝ ਪ੍ਰਾਪਤੀ ਦਾ, ਕੁਝ ਹਾਸਲ ਕਰਨ ਦਾ, ਪਰਮਾਰਥ ਦੇ ਰਸਤੇ ਦਾ, ਮੁਕਤੀ ਦਾ, ਸਿੱਖੀ ਤੂੰ ਕਹਿਣਾ ਸੀ ਪ੍ਰਾਪਤ ਕਰਨੀ, ਉਹ ਮੰਝ ਨੂੰ ਆਖੋ ਵੀ ਆਪਦਾ ਕੰਮ ਵਿਗਾੜ ਰਿਹਾ, ਆਪਦਾ ਪ੍ਰਲੋਕ ਤੇ ਲੋਕ ਵਿਗਾੜ ਰਹੇ ਆ, ਸਿੱਖੀ ਪ੍ਰਾਪਤੀ ਵਿੱਚ ਵਿਘਨ ਪੈ ਰਿਹਾ ਹੈ। ਅਚਹਿ ਆਹਾਰ ਮਜੂਰੀ ਸਮ ਹੋਏ। ਕਿਉਂਕਿ ਜਿੰਨੀ ਕੁ ਮਿਹਨਤ ਕਰਦਾ ਹੈ ਉਥੋਂ ਲੱਕੜਾ ਲਿਆਉਂਦਾ, ਉਹਨੇ ਦਾ ਤਾਂ ਉਹਨਾਂ ਦਾ ਪ੍ਰਸ਼ਾਦਾ ਛਕ ਲੈਂਦਾ। ਇਹ ਵੀ ਮਹਾਰਾਜ ਪਰਖੀ ਕਰ ਰਹੇ ਆ। ਸੱਚੇ ਪਾਤਸ਼ਾਹ ਨਹੀਂ ਕਿਸੇ ਦਾ ਪ੍ਰਸ਼ਾਦਾ ਥੋੜੀ ਗਿਣਦੇ ਸੀ, ਪਰ ਗੁਰੂ ਗਰੀਬ ਨਵਾਜ ਜੀ ਪਰਖ ਵਜੋਂ ਕਹਿੰਦੇ, ਆਖੋ ਭਾਈ ਮੰਝ ਨੂੰ ਜਾ ਕੇ ਵੀ ਜਿੰਨੀਆਂ ਕੁ ਲੱਕੜਾਂ ਇਕੱਠੀਆਂ ਕਰਕੇ ਲਿਆਉਣਾ ਹੈ, ਉਹਨਾਂ ਦਾ ਪ੍ਰਸ਼ਾਦਾ ਲੰਗਰ ਚੋਂ ਛਕ ਲੈਣਾ ਹੈ। ਤੁਰਤ ਹਿਰਦੈ ਕੀ ਮਲ ਕੋ ਨਹਿ ਖੋਏ। ਤੇ ਇਸ ਤਰ੍ਹਾਂ ਜੇ ਐਂ ਕਰਦਾ ਰਹੇਗਾ ਤੇ ਛੇਤੀ ਮਨ ਦੀ ਮੈਲ ਤੇਰੀ ਨਾਸ਼ ਨਹੀਂ ਹੋਵੇਗੀ। ਜੇ ਉਹਨਾਂ ਖਾ ਲਿਆ ਤੇ ਉਹਨਾਂ ਕੀਤਾ ਤੇ ਤੇਰੇ ਮਨ ਦੀ ਮੈਲ ਨਹੀਂ ਕੱਟੀ ਜਾਣੀ ਹੈ। ਕਹੂੰ ਅਪਰਤੇ ਭੋਜਨ ਖਾਏ। ਤੇ ਸਿੱਖ ਉਹਨੂੰ ਆਖੋ ਭਾਈ ਮੰਝ ਨੂੰ ਕਿ ਕਿਤੋਂ ਹੋਰ ਹੀ ਭੋਜਨ ਖਾਇਆ ਕਰੇ, ਲੰਗਰ ਚੋਂ ਨਾ ਛਕਿਆ ਕਰੇ। ਗੁਰ ਲੰਗਰ ਕੀ ਸੇਵਕ ਮਾਏ। ਤੇ ਸੇਵਾ ਜਿਹੜੀ ਉਹ ਇਸੇ ਤਰ੍ਹਾਂ ਹੀ ਲੱਕੜਾਂ ਲਿਆਉਣ ਦੀ ਕਰੇ। ਲੰਗਰ 'ਚ ਲੱਕੜਾਂ ਉਵੇਂ ਹੀ ਪਾਵੇ ਲਿਆ ਲਿਆ ਕੇ, ਪਰ ਲੰਗਰ ਚੋਂ ਪ੍ਰਸ਼ਾਦਾ ਛਕਣਾ ਬੰਦ ਕਰ ਦਵੇ। ਜਿਤੋ ਆਹਾਰ ਕਹੂੰ ਤੇ ਪਾਵਹਿ। ਤੇ ਜਦੋਂ ਇਹ ਕਿਤੋਂ ਹੋਰ ਆਹਾਰ ਪ੍ਰਾਪਤ ਕਰੇਗਾ, ਕੁਝ ਖਾਇਆ ਕਰੇਗਾ, ਦੇਹ ਅਪਰ ਕੋ ਲਗ ਨਿਜ ਖਾਵਹਿ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਹੋਰਨਾਂ ਨੂੰ ਦੇ ਕੇ ਤੇ ਥੋੜਾ ਆਪ ਖਾ ਲਵੇ, ਵੀ ਹੋਰ ਕਿਤੋਂ ਮੰਗ ਮੁੱਗ ਕੇ ਲਿਆ ਕੇ ਖਾ ਲਿਆ ਕਰੇ। ਸਿੱਖ ਨੇ ਤਿਸੇ ਹਟਾਇਆ ਤੈਸੇ। ਤੇ ਮਹਾਰਾਜ ਦਾ ਹੁਕਮ ਹੋਇਆ, ਫਿਰ ਉਹ ਸਿੱਖ ਨੇ ਜਾ ਕੇ ਦੱਸਿਆ, ਭਾਈ ਮੰਝ ਮਹਾਰਾਜ ਕਹਿੰਦੇ ਆ ਵੀ ਜਿੰਨੀਆਂ ਤੂੰ ਲੱਕੜਾਂ ਲਿਆਉਣਾ ਉਹਨਾਂ ਤਾਂ ਖਾ ਲੈਣਾ, ਤੇ ਕੀ ਫਾਇਦਾ, ਤੇਰੇ ਮਨ ਦੀ ਮੈਲ ਨਹੀਂ ਕੱਟੀ ਜਾਣੀ, ਐ ਤਾਂ ਨਹੀਂ ਸਿੱਖੀ ਮਿਲਣੀ। ਉਹਨਾਂ ਹੀ ਖਾ ਲਿਆ ਤੇ ਉਹਨੀਆਂ ਲੱਕੜਾਂ ਲੈ ਆਂਦੀਆਂ। ਮਹਾਰਾਜ ਕਹਿੰਦੇ ਉਹ ਲੰਗਰ ਚੋਂ ਪ੍ਰਸ਼ਾਦਾ ਨਹੀਂ ਤੂੰ ਛਕਣਾ ਅੱਜ ਤੋਂ ਬਾਅਦ, ਹੋਰ ਕਿਤੋਂ ਮੰਗ ਮੁੱਗ ਕੇ ਛਕ ਲਿਆ ਕਰ। ਕਰਨ ਲੱਗਿਓ ਤਿਮ ਕਹਿ ਗੁਰ ਜੈਸੇ। ਤੇ ਭਾਈ ਮੰਝ ਜੀ ਹੁਣ ਮਰਜੀ ਜੀਵੜੇ ਸਿੱਖ ਹੈ ਨਾ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਤੋ ਆਪਾਂ ਮਾਰ ਕੇ ਭਾਈ ਮੰਝ ਜੀ ਸੇਵਾ ਕਰ ਰਹੇ ਆ।
ਜਿਵੇਂ ਮਹਾਰਾਜ ਨੇ ਕਿਹਾ ਹੈ, ਭਾਈ ਮੰਝ ਦੀ ਉਹੀ ਰਸਤਾ ਫੜ ਲਿਆ ਹੈ। ਸਿੱਖਣ ਤੇ ਜਾ ਚਹਿ ਅਰ ਇਹ ਖਾਏ। ਜਦੋਂ ਸਿੱਖ ਪ੍ਰਸ਼ਾਦਾ ਛਕ ਲੈਂਦੇ ਆ ਨਾ, ਰਾਤ ਨੂੰ ਕੁਝ ਵੱਧ ਜਾਂਦੇ ਆ ਰੋਟੀਆਂ ਪ੍ਰਸ਼ਾਦੇ ਘਰਾਂ ਵਿੱਚ, ਇਹ ਅੱਧੀ ਕੁ ਰਾਤ ਨੂੰ ਫਿਰ ਫੇਰਾ ਮਾਰ ਲੈਂਦਾ ਤੇ ਸਿੱਖਾਂ ਦੇ ਘਰਾਂ ਚੋਂ ਮੰਗ ਕੇ ਪ੍ਰਸ਼ਾਦਾ ਛਕਦਾ ਹੈ। ਸਭ ਦਿਨ ਲੰਗਰ ਸੇਵਕ ਤੇ ਮਾਏ। ਇਸ ਤਰ੍ਹਾਂ ਸਾਰਾ ਦਿਨ ਲੰਗਰ ਦੀ ਸੇਵਾ ਕਰਦਾ, ਭਾਂਡੇ ਮਾਂਜਦਾ ਹੈ, ਜ਼ਿਆਦਾਤਰ ਲੱਕੜਾਂ ਲਿਆਉਂਦਾ ਹੈ। ਤੇ ਜਦੋਂ ਪ੍ਰਸ਼ਾਦਾ ਛਕਣ ਦਾ ਸਮਾਂ ਹੁੰਦਾ, ਉਦੋਂ ਕਿਸੇ ਦੇ ਘਰਾਂ ਚੋਂ ਮੰਗ ਮੰਗ ਕੇ ਪੇਟ ਭਰਦਾ ਹੈ। ਅਲਪ ਆਹਾਰ ਖਾਏ ਦੇ ਆਨ। ਤੇ ਥੋੜਾ ਜਿਹਾ ਆਪ ਖਾ ਲੈਂਦਾ ਤੇ ਬਾਕੀ ਉਹ ਵੀ ਜਿਹੜਾ ਲਿਆਂਦਾ ਹੋਇਆ ਵੀ ਵੰਡ ਵਰਤਾ ਦਿੰਦਾ ਹੈ। ਮਨ ਆਪਣੇ ਦ੍ਰਿੜ ਨਿਸਚੈ ਠਾਨ। ਆਪਣੇ ਮਨ ਵਿੱਚ ਸਤਿਗੁਰਾਂ ਦੇ ਚਰਨਾਂ ਦਾ, ਬਚਨਾਂ ਦਾ ਪੂਰਾ ਭਰੋਸਾ ਧਾਰਿਆ ਹੋਇਆ ਹੈ। ਭਇਓ ਸਰੀਰ ਸੋ ਦੁਰਬਲ ਛੀਨ। ਤੇ ਕਹਿੰਦੇ ਜਦੋਂ ਇਸ ਤਰ੍ਹਾਂ ਥੋੜਾ ਹੀ ਖਾਂਦਾ ਰਹੇ ਨਾ ਭਾਈ ਮੰਝ, ਕਈ ਵਾਰੀ ਇੱਕ ਡਾਂਗੀ ਪ੍ਰਸ਼ਾਦਾ ਛਕਣਾ, ਹੌਲੀ 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 ਸਰੀਰ ਕਮਜ਼ੋਰ ਪੈਣ ਲੱਗਾ, ਬਹੁਤ ਕਾਨੇ ਵਰਗਾ ਪਤਲਾ ਸਰੀਰ ਹੋ ਗਿਆ ਹੈ, ਬਲ ਨਾਸ਼ ਹੋ ਗਿਆ ਹੈ। ਗੁਰੂ ਕੋ ਪ੍ਰੇਮ ਹਿਰਦੈ ਦ੍ਰਿੜ ਪੀਨ। ਪਰ ਜਿਵੇਂ ਸਰੀਰ ਰਹਿ ਗਿਆ, ਸਰੀਰ ਜਿਵੇਂ ਕਮਜ਼ੋਰ ਹੋਇਆ ਤੇ ਮਨ ਓਡਾ ਹੀ ਬਲ ਵਾਲਾ ਹੋਈ ਜਾਂਦਾ ਹੈ। ਸਰੀਰ ਕਮਜ਼ੋਰਾ ਪੈਂਦਾ ਹੈ ਤੇ ਮਨ ਵਿੱਚ ਪ੍ਰੇਮ ਉਹ ਬੜਾ ਉਹ ਮੋਟਾ ਤਾਜ਼ਾ ਹੋਈ ਜਾਂਦਾ ਹੈ। ਪ੍ਰੇਮ ਵੱਧ ਰਿਹਾ, ਸਰੀਰ ਘਟ ਰਿਹਾ ਹੈ। ਪ੍ਰੇਮ ਪੱਕਾ ਰੰਗਿਆ ਹੋਇਆ ਹਿਰਦਾ ਪ੍ਰੇਮ ਵਿੱਚ। ਇੱਕ ਦਿਨ ਸਤਿਗੁਰ ਨਿਕਟ ਬੁਲਾਵਾ। ਤੇ ਇਸ ਤਰ੍ਹਾਂ ਇੱਕ ਦਿਨ ਸਮਾਂ ਆਇਆ, ਫਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਕੋਲ ਬੁਲਾਇਆ ਹੈ। ਬਹੁ ਪ੍ਰਕਾਰ ਤਿਹੁ ਤੇ ਤਿਹ ਸਮਝਾਵਾ। ਤੇ ਸੱਚੇ ਪਾਤਸ਼ਾਹ ਜੀਆਂ ਬੜੇ ਤਰੀਕੇ ਨਾਲ, ਬੜੀ ਵਿਧੀ ਨਾਲ ਭਾਈ ਮੰਝ ਨੂੰ ਸਮਝਾਉਣ ਲੱਗੇ ਆ। ਤੈਂ ਆਪਣੀ ਸਭ ਵਸਤ ਗਵਾਈ। ਸੱਚੇ ਪਾਤਸ਼ਾਹ ਕਹਿੰਦੇ, ਉਹ ਮੰਝ ਤੂੰ ਆਪਦੀ ਵੇਖ ਵੀ ਸਿੱਖੀ ਲੈ ਕੇ ਕੀ ਤੈਨੂੰ ਮਿਲਿਆ। ਆਪਦਾ ਘਰ ਵਿੱਚੋਂ ਸਾਰਾ ਕੁਝ ਤੂੰ ਬਰਬਾਦ ਕਰ ਲਿਆ, ਸਭ ਗਵਾ ਲੈਣਾ ਕੀਤਾ ਹੈ। ਮਹਿਖੀ ਤੇਨ ਲੁੱਟੀ ਸਮੁਦਾਈ। ਆ ਮਈਆਂ ਤੇਰੀਆਂ ਮਰ ਗਈਆਂ, ਗਾਂ ਤੇਰੇ ਘਰ ਕੋਈ ਨਹੀਂ ਰਹੀ, ਸਾਰਾ ਕੁਝ ਤੇਰਾ ਲੁੱਟਿਆ ਫੁੱਟਿਆ ਗਿਆ ਹੈ, ਸਾਰੀ ਵਸਤੂ ਗਵਾ ਲਈ ਹੈ, ਘਰ ਮਾਲ ਅਸਬਾਬ ਸਭ ਨਾਸ਼ ਹੋ ਗਿਆ ਹੈ। ਸਰਬ ਸ਼ਰੀਕਨ ਨਿੰਦ ਉਚਾਰੀ। ਤੇ ਸਾਰੇ ਤੇਰੇ ਸ਼ਰੀਕੇ ਵਾਲੇ ਤੇਰੀ ਮਨ ਨਿੰਦਾ ਕਰਦੇ ਆ। ਇਨ ਸਰਵਰ ਕੀ ਮਨਤ ਬਿਸਾਰੀ। ਸ਼ਰੀਕ ਤੇਰੇ ਪਿੰਡ ਵਾਲੇ ਕਹਿੰਦੇ ਆ ਵੀ ਇਹਨੇ ਲਾਲਾਂ ਵਾਲੇ ਪੀਰ ਦੀ ਮਨਤਾ ਜਿਹੜੀ ਸੀ ਨਾ, ਮਨ ਚੋਂ ਵਿਸਾਰੀ ਹੈ, ਮਨ ਵਿੱਚੋਂ ਮੰਨਣਾ ਛੱਡਿਆ ਪੀਰ ਦੇ ਤਾਈ। ਢਾਹੋ ਮੁਕਾਮ ਕਾਮ ਕੀ ਅਬੁਰੋ। ਤੇ ਤੇਰੇ ਪਿੰਡ ਜਾਂ ਤੇਰੇ ਸ਼ਰੀਕ ਕਹਿੰਦੇ ਆ ਵੀ ਮੰਝ ਨੇ ਉਹ ਪੀਰ ਦੀ ਕਬਰ ਢਾਹ ਕੇ ਤੇ ਬੜਾ ਭੈੜਾ ਕੰਮ ਕੀਤਾ ਹੈ। ਸੋ ਅਬ ਇਸਕੇ ਘਰ ਮਹਿ ਪਰੋ। ਤੇ ਉਹ ਪੀਰ ਹੁਣ ਇਹਦੇ ਪੱਲੇ ਗਲੇ ਪਿਆ ਹੋਇਆ, ਇਹਦੇ ਵੈਰ ਪਿਆ ਹੋਇਆ ਹੈ। ਖੀਨ ਪਦਾਰਥ ਕਰਕੇ ਹੋਏ। ਉਸੇ ਹੀ ਪੀਰ ਨੇ ਇਹਦਾ ਸਾਰਾ ਕੁਝ ਨਾਸ਼ ਕਰ ਦਿੱਤਾ ਹੈ। ਉਹ ਘਰ ਦੇ ਸਾਰੇ ਪਦਾਰਥ ਨਾਸ਼ ਹੋ ਗਏ, ਕਬਰ ਢਾਉਣ ਕਰਕੇ ਸਭ ਕੁਝ ਹੋਇਆ ਹੈ। ਦੁਖ ਪਾਇਓ ਕਰ ਉਜਰ ਜੋਏ। ਤੇ ਲੋਕ ਇਉਂ ਕਹਿੰਦੇ ਭਾਈ ਮੰਝ ਵੀ ਭਾਈ ਮੰਝ ਨੇ ਦੁੱਖ ਪ੍ਰਾਪਤ ਕੀਤਾ ਸਿੱਖੀ ਲੈ ਕੇ, ਘਰ ਸਾਰਾ ਯਾੜ ਬੈਠਾ ਹੈ। ਜਾਏ ਉਪਾਏ ਕਰੋ ਅਬ ਕੋਈ। ਤੇ ਜਾਓ ਹੁਣ ਚਲਾ ਜਾ, ਕੀ ਲੈਣਾ ਸਿੱਖੀ ਤੋਂ ਤੂੰ, ਤੇ ਘਰ ਵਿੱਚ ਜਾ ਕੇ ਕੋ ਉਪਾਅ ਕਰ ਲੈ, ਪੀਰ ਆਪਦੇ ਨੂੰ ਫੇਰ ਮਨਾ ਲੈਣਾ ਕਰ, ਫਿਰ ਕਬਰ ਬਣਾ ਲੈਣਾ ਕਰ। ਕਹਿ ਨਿਜ ਪੀਰ ਮਾਨੀਏ ਸੋਈ। ਜਾਂ ਕੋਈ ਹੋਰ ਹੀਲਾ ਕਰ, ਜਾਂ ਕਬਰ ਬਣਾ ਕੇ ਤੇ ਫਿਰ ਆਪਦੇ ਲਾਲਾਂ ਵਾਲੇ ਪੀਰ ਨੂੰ ਮੰਨਣਾ ਕਰ। ਸੁਣ ਕੇ ਹਾਥ ਜੋੜ ਤਬ ਕਹਿਓ। ਸੁਣ ਕੇ ਭਾਈ ਮੰਝ ਜੀ ਨੇ ਸਤਿਗੁਰਾਂ ਤੋਂ ਇਹ ਬਚਨ ਮਾਰੇ, ਕਹਿੰਦੇ ਮੁੜ ਜਾ ਭਾਈ, ਕੀ ਲੈਣਾ ਸਿੱਖੀ ਤੋਂ। ਭਾਈ ਮੰਝ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਫਿਰ ਇਸ ਤਰ੍ਹਾਂ ਬੋਲੇ ਆ। ਸਤਿ ਨਾਮ ਧਨ ਮੈਂ ਸੁਭ ਲਹਿਓ। ਕਹਿੰਦੇ ਆ, ਹੇ ਸੱਚੇ ਪਾਤਸ਼ਾਹ ਜੀ ਮਹਾਰਾਜ, ਮੈਂ ਹੋਰ ਮਾਇਆ ਤੋਂ ਕੀ ਲੈਣਾ, ਮੈਂ ਘੋੜੀਆਂ ਤੋਂ, ਮਈਆਂ ਤੋਂ, ਜ਼ਮੀਨ ਤੋਂ ਕੀ ਲੈਣਾ ਹੈ। ਮਹਾਰਾਜ ਮੈਂ ਤੁਹਾਡੇ ਦਰੋਂ ਕਰੋ ਸੱਚੇ ਨਾਮ ਰੂਪੀ ਧਨ ਪ੍ਰਾਪਤ ਕੀਤਾ ਹੈ। ਹਾਕਮ ਲੈ ਨਾ ਚੋਰਿਓ ਜਾਏ। ਤੇ ਉਹ ਨਾਮ ਧਨ ਇਹੋ ਜਿਹਾ ਮਹਾਰਾਜ, ਨਾ ਤਾਂ ਕੋਈ ਰਾਜਾ ਖੋ ਸਕਦਾ ਹੈ ਤੇ ਨਾ ਹੀ ਕੋਈ ਚੋਰ ਚੋਰੀ ਕਰ ਸਕਦਾ ਹੈ। ਜਲ ਮਹਿ ਗਲੈ ਨ ਅਗਨ ਜਲਾਏ। ਨਾ ਉਹ ਜਲ ਨੂੰ ਡੋਬ ਸਕਦਾ ਹੈ, ਗਾਲ ਸਕਦਾ ਹੈ, ਨਾ ਹੀ ਉਹਨੂੰ ਅੱਗ ਸਾੜ ਸਕਦੀ ਹੈ। ਬੰਟੇ ਬਹੁਤ ਨਿਖੂਟਹਿ ਨਾਹੀ। ਜੇ ਵੰਡਦੇ ਰਹੀਏ ਨਾਮ ਧਨ ਇਹੋ ਜਿਹਾ ਵੀ ਮੁੱਕਦਾ ਨਹੀਂ, ਕਦੇ ਵੀ ਵੱਧਦਾ ਜਾਂਦਾ ਹੈ। ਕਰਹਿ ਸਹਾਏ ਮਰਨ ਦੁਖ ਮਾਹੀ। ਤੇ ਆ ਧਨ ਤਾਂ ਮਹਾਰਾਜ ਇੱਥੇ ਹੀ ਰਹਿ ਜਾਂਦਾ ਹੈ। ਜਦੋਂ ਦੁੱਖ ਪੈਂਦਾ ਹੈ ਨਾ, ਮਰਨ ਤੋਂ ਬਾਅਦ ਜਮਾਂ ਦੀ ਮਾਰ ਪੈਂਦੀ, ਉਦੋਂ ਇਸੇ ਨਾਮ ਧਨ ਨਹੀਂ ਛਡਾਉਣਾ। ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਉਸ ਉਹ ਜਿਹੜਾ ਧਰਮ ਰਾਏ ਦਾ ਜਦੋਂ ਸਜ਼ਾ ਮਿਲਦੀ ਅੰਤਲੇ ਸਮੇਂ, ਉਹ ਦੁੱਖਾਂ ਤੋਂ ਫਿਰ ਨਾਮ ਧਨ ਛਡਾਉਂਦਾ ਹੈ।
ਮਹਾਰਾਜ ਇਹ ਛਿਲੜਾਂ ਨੇ ਜ਼ਮੀਨਾਂ ਨੇ ਨਹੀਂ ਛਡਾਉਣਾ ਹੈ। ਸੋ ਮੈਂ ਨਿਸ ਦਿਨ ਹਿਰਦੈ ਸੰਭਾਰਿਓ। ਇਸ ਕਰਕੇ ਸੱਚੇ ਪਾਤਸ਼ਾਹ ਜੀ ਤੁਹਾਡੇ ਵੱਲੋਂ ਦਿੱਤਾ ਹੋਇਆ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਿਹੜਾ ਸੱਚਾ ਧਨ ਹੈ ਨਾ, ਉਹ ਮੈਂ ਹਿਰਦੇ ਵਿੱਚ ਦਿਨ ਰਾਤ ਸੰਭਾਲ ਲੈਣਾ ਕੀਤਾ ਹੈ। ਪਛਤਾਵਾ ਬੈ ਬਹੁਤ ਵਿਸਾਰਿਓ। ਮਹਾਰਾਜ ਮੈਨੂੰ ਬੜਾ ਪਛਤਾਵਾ ਹੈ ਵੀ ਮੈਂ ਪੀਰਾਂ ਦੀ ਪੂਜਾ ਕਰ ਕਰਕੇ ਸਾਰੀ ਉਮਰ ਲੰਘਾ ਦਿੱਤੀ। ਪਹਿਲਾਂ ਕਿਉਂ ਨਾ ਆਪਦੇ ਘਰ ਆਇਆ, ਪਹਿਲਾਂ ਮਹਾਰਾਜ ਤੁਹਾਡੀ ਕਿਉਂ ਨਾ ਸਿੱਖੀ ਧਾਰ ਲਈ। ਇਮ ਕਹਿ ਬੰਧਨ ਕਰ ਤਬ ਗਇਓ। ਤੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕ ਕੇ ਭਾਈ ਮੰਝ ਜੀ ਮੁੜ ਗਏ ਆ। ਸੇਵਾ ਬਿਖੈ ਜਾਏ ਮਨ ਦਇਓ। ਮਹਾਰਾਜ ਪਰਖਦੇ ਆ ਨਾ, ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦਾ ਵੀ ਰੋਕ ਦਿੱਤਾ। ਫਿਰ ਮਹਾਰਾਜ ਪੁੱਛਦੇ ਆ ਭਾਈ ਮੰਝ ਹੁਣ ਚਲਾ ਜਾਓ, ਇਥੋਂ ਕੀ ਲੈਣਾ। ਵੇਖਦੇ ਮਹਾਰਾਜ ਵੀ ਦੇ ਮਨ ਵਿੱਚ ਆਉਂਦੀ ਇਹੋ ਜਿਹੀ ਗੱਲ ਕਿ ਨਹੀਂ ਵੀ ਚੱਲ ਮਣਾ ਚਲੀਏ, ਇੱਥੇ ਕੀ ਹੈ। ਤੋ ਐ ਸਾਧ ਸੰਗਤ ਜੀ ਕਈ ਵਾਰੀ ਆਪ ਗੁਰੂ ਘਰ ਜਾਂਦੇ ਹੋ, ਮਹਾਰਾਜ ਦੇ ਆਪਾਂ ਦਰਸ਼ਨ ਦਿਦਾਰੇ ਕਰਦੇ, ਸਾਰੇ ਆਪਾਂ ਸਤਿਗੁਰਾਂ ਦੇ ਸਿੱਖ ਹਾਂ। ਕਈ ਵਾਰੀ ਕੀ ਹੁੰਦਾ ਵੀ ਜਦੋਂ ਪਰਿਵਾਰ ਵਿੱਚ ਕੋਈ ਅੰਮ੍ਰਿਤ ਛਕਦਾ ਜਾਂ ਨਾਮ ਜਪਦੇ ਆ ਨਾ, ਕਈ ਵਾਰੀ ਕੋਈ ਔਂਕੜਾਂ ਆ ਜਾਂਦੀਆਂ, ਕੋਈ ਵੱਡੀ ਗੱਲ ਨਹੀਂ ਹੈ। ਇਹ ਪੂਰਨੇ ਪਾਏ ਹੋਏ ਭਾਈ ਮੰਝ ਜੀ ਵਰਗਿਆਂ ਨੇ ਸਤਿਗੁਰਾਂ ਨੇ ਦਰਸਾਇਆ ਹੋਇਆ ਵੀ ਕਈ ਵਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਖ ਕਰ ਲੈਂਦੇ ਆ। ਪਰਖ ਤਾਂ ਕਰਦੇ ਆ ਵੀ ਇਹ ਕਿਤੇ ਡੋਲਣ ਵਾਲਾ ਤਾਂ ਨਹੀਂ, ਕਿਉਂਕਿ ਸਾਧ ਸੰਗਤ ਜੀ ਜਿਹੜਾ ਸੋਨਾ ਹੁੰਦਾ ਨਾ, ਉਹਦੀ ਜਦੋਂ ਕਸਵੱਟੀ ਤੇ ਪਰਖਣਾ ਹੁੰਦਾ ਉਦੋਂ ਪਹਿਲਾਂ ਉਹਨੂੰ ਤਾ ਦਿੱਤਾ ਜਾਂਦਾ, ਉਹਦੀ ਮੈਲ ਸਾੜੀ ਜਾਂਦੀ ਹੈ। ਸਾਨੂੰ ਸਾਧ ਸੰਗਤ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਈ ਵਾਰੀ ਪਰਖ ਕਰ ਲੈਂਦੇ ਆ, ਪਰ ਸਾਡੇ ਮਨ ਵਿੱਚ ਕਈ ਵਾਰੀ ਇਹ ਗੱਲ ਆ ਜਾਂਦੀ ਹੈ ਵੀ ਛੱਡ ਮਣਾ। ਅਕਸਰ ਹੀ ਅਸੀਂ ਕਹਿੰਦੇ ਆ ਕਿ ਕੀ ਲੈਣਾ ਹੈ, ਗੁਰੂ ਘਰ ਜਾ ਕਰਕੇ ਇੰਨੇ ਦੁੱਖ ਮਿਲਦੇ ਆ, ਸਾਡੇ ਘਰ ਵਿੱਚ ਬਿਮਾਰੀ ਬਹੁਤ ਹੈ, ਸਾਡੇ ਘਰ ਵਿੱਚ ਕੋਈ ਆਪਦਾ ਬਣੀ ਰਹਿੰਦੀ ਹੈ, ਜਦੋਂ ਦੇ ਗੁਰੂ ਲੜ ਲੱਗੇ ਆ ਹਾਲ ਹੋਣ ਲੱਗਿਆ। ਤੋ ਸਾਧ ਸੰਗਤ ਜੀ ਪਰਖ ਹੁੰਦੀ ਹੈ, ਜੇ ਤਾਂ ਡੋਲ ਗਿਆ ਫਿਰ ਤਾਂ ਸਾਧ ਸੰਗਤ ਜੀ ਰਹਿੰਦੇ ਕੱਖ ਨਹੀਂ ਹੈ, ਕਿਉਂਕਿ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਤੇ ਜੇ ਕਿਤੇ ਕੋਈ ਪੂਰਾ ਉਤਰ ਜਾਵੇ ਪਰਖ ਦੇ ਵਿੱਚੋਂ, ਫਿਰ ਸਾਧ ਸੰਗਤ ਜੀ ਮਹਾਰਾਜ ਉਹ ਪਦਵੀਆਂ ਬਖਸ਼ਦੇ ਆ, ਬਹੁਰ ਨਾ ਪਉਜਲ ਫੇਰਾ। ਸੱਚੇ ਪਾਤਸ਼ਾਹ ਜੀ ਆਨੰਦ ਦੀਆਂ ਦਾਤਾਂ ਬਖਸ਼ਦੇ ਆ। ਭਾਈ ਮੰਝ ਜੀ ਨੂੰ ਸੱਚੇ ਪਾਤਸ਼ਾਹ ਜੀਆਂ ਨੇ ਪਰਖ ਕੀਤੀ। ਇੱਥੇ ਕੁਝ ਪ੍ਰਸੰਗ ਜਿਵੇਂ ਆਇਆ ਆਪਾਂ ਸੁਣਿਆ, ਪ੍ਰਸਿੱਧ ਪ੍ਰਸੰਗ ਕੁਝ ਇਸ ਤਰ੍ਹਾਂ ਵੀ ਕਿ ਭਾਈ ਮੰਝ ਜੀ ਨੂੰ ਮਹਾਰਾਜ ਨੇ ਜਦੋਂ ਲੰਗਰ ਦੀ ਸੇਵਾ ਦਿੱਤੀ, ਲੱਕੜਾਂ ਲਿਆਉਂਦੇ ਆ ਤੇ ਭਾਈ ਮੰਝ ਜੀ ਪ੍ਰਸ਼ਾਦਾ ਛਕਣ ਲੰਗਰ ਚੋਂ, ਮਹਾਰਾਜ ਨੇ ਆਖਿਆ ਉਹਨਾਂ ਹੀ ਛਕ ਲਿਆ, ਉਹਨਾਂ ਕੀਤਾ ਸੇਵਾ ਕੀਤੀ, ਕੀ ਲਾਭ, ਨਹੀਂ ਛਕਣਾ। ਸਤ ਬਚਨ ਮਹਾਰਾਜ ਭਾਈ ਮੰਝ ਜੀ ਨਾ ਫਿਰ ਅੱਗ ਜਾ ਕਰਕੇ ਛਕਦੇ ਹੁੰਦੇ ਸੀ ਸਿੱਖਾਂ ਦੇ ਘਰਾਂ ਚੋਂ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮੰਝ ਸਿੱਖ ਕਿਹਦੇ ਆ ਭਾਈ, ਆਪਦਾ ਤਾਂ ਕਮਾ ਕੇ ਨਾ ਖਾਧਾ, ਵੀ ਤਾਂ ਸਿੱਖਾਂ ਦਾ ਹੀ ਹੈ ਨਾ, ਸਿੱਖ ਗੁਰੂ ਦੇ ਹੈ। ਸਤ ਬਚਨ ਮਹਾਰਾਜ। ਫਿਰ ਸਾਧ ਸੰਗਤ ਜੀ ਜਦੋਂ ਆ ਲੰਗਰ ਸਮਾਪਤੀ ਹੁੰਦੀ ਸੀ ਰਾਤ ਨੂੰ ਅੰਮ੍ਰਿਤਸਰ ਸਾਹਿਬ, ਤੇ ਉਹ ਲੰਗਰ 'ਚ ਜਿਹੜਾ ਧੋਣ ਵੱਧ ਜਾਂਦਾ ਸੀ, ਜਿਵੇਂ ਆਟਾ ਲੱਗਾ ਪਰਾਤਾਂ ਨਾਲ, ਤੇ ਆ ਕੋਈ ਆਟਾ ਡੁੱਲਿਆ, ਪੇੜੇ ਡਿੱਗ ਗਏ, ਤੇ ਜਾਂ ਜਿਹੜੀ ਆ ਦਾਲ ਟੱਬਾਂ ਵਿੱਚ ਲੱਗੀ ਰਹਿ ਜਾਂਦੀ ਸੀ, ਇਹ ਸਾਰੀ ਲਾਗਾ ਖੁਰਚ ਖੁਰਚ ਕੇ ਭਾਈ ਮੰਝ ਜੀ ਫਿਰ ਪੁੱਛਦੇ ਸੀ ਲਾਂਗਰੀ ਨੂੰ ਵੀ ਇਹ ਤਾਂ ਕਿਸੇ ਕੰਮ ਨਹੀਂ ਨਾ, ਇਹ ਤਾਂ ਨਹੀਂ ਨਾ ਕਿਸੇ ਨੇ ਛਕਣੀ। ਫਿਰ ਉਹ ਛਕਦੇ ਹੁੰਦੇ ਸੀ। ਫਿਰ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਂ ਲੈ ਕੇ ਛਕ ਲੈਣਾ, ਮਹਾਰਾਜ ਕਿਰਪਾ ਕਰੋ, ਮਹਾਰਾਜ ਨੂੰ ਯਾਦ ਕਰਕੇ ਛਕਣਾ। ਤੇ ਗਰੀਬ ਨਵਾਜ ਨੇ ਫਿਰ ਇੱਕ ਦਿਨ ਸੱਦ ਕੇ ਆਖਿਆ ਸੀ, ਭਾਈ ਮੰਝ ਤੂੰ ਸਾਡਾ ਨਾਂ ਲੈ ਕੇ ਸਾਨੂੰ ਝੂਠ ਖਵਾਉਣਾ, ਲੱਗੀ ਟੱਪਾਂ 'ਚ ਦਾਲ ਖਵਾਉਂਦਾ ਹੈ, ਸਾਨੂੰ ਲਾਗਾ ਖਵਾਏਗਾ ਹੁਣ ਤੂੰ, ਕਿਉਂਕਿ ਮਹਾਰਾਜ ਪਰਖਦੇ ਸੀ। ਹੁਣ ਆਟੇ ਦਾ ਧੋਣ ਤੂੰ ਸਾਡਾ ਨਾਂ ਲੈ ਕੇ ਛਕ ਲੈਣਾ, ਉਹ ਸਾਨੂੰ ਜਾਂਦਾ ਸਾਰਾ ਕੁਝ, ਹੁਣ ਸਾਨੂੰ ਤੂੰ ਇਹ ਖਵਾਏਗਾ। ਫਿਰ ਸਾਧ ਸੰਗਤ ਜੀ ਇਹੋ ਜਿਹੇ ਮਹਾਰਾਜ ਦੀ ਪਰਖ ਪਾਈ, ਤੇ ਭਾਈ ਮੰਝ ਜੀ ਏਡੇ ਸਿਦਕੀ ਸਿੱਖ ਸੀ, ਫਿਰ ਸਾਰਾ ਕੁਝ ਹੀ ਛੱਡ ਦਿੱਤਾ ਸੀ, ਕੱਲਾ ਜਲ ਛਕਿਆ ਕਰਦੇ ਸੀ ਭਾਈ ਮੰਝ ਜੀ। ਜਲ ਛਕ ਕੇ ਗੁਜ਼ਾਰਾ ਕਰਿਆ ਕਰਨਾ। ਸਰੀਰ ਦੀਆਂ ਹੱਡੀਆਂ ਦੂਰੋਂ ਐਨ ਸਰੀਰ ਦਿਸਣ ਲੱਗ ਜਾਂਦਾ ਸੀ, ਕੱਲੇ ਕੱਲੇ ਹੱਡ ਗਿਣੇ ਜਾ ਸਕਦੇ ਸੀ, ਬਿਲਕੁਲ ਐਨ ਦੁਰਬਲ ਹੋ ਗਿਆ ਸੀ ਸਰੀਰ ਭਾਈ ਮੰਝ ਜੀ ਦਾ। ਤੋ ਇਹੋ ਜਿਹੀ ਪਰਖ ਜਦੋਂ ਸਤਿਗੁਰਾਂ ਪਾਈ, ਫਿਰ ਮਹਾਰਾਜ ਕਹਿੰਦੇ ਹੁਣ ਚਲੇ ਜਾ ਘਰ। ਨਹੀਂ ਮਹਾਰਾਜ ਘਰ ਕੀ ਕਰਾਂਗਾ, ਕੀ ਹੋਇਆ ਮਹਾਰਾਜ, ਉਹ ਨਾਸ਼ ਜੋ ਹੋਇਆ ਉਹ ਤਾਂ ਕੱਚਾ ਹੈ ਸਾਰਾ ਕੁਝ। ਸੱਚੇ ਪਾਤਸ਼ਾਹ ਜਿਹੜਾ ਅਸਲੀ ਮੇਰੇ ਕੋਲ ਨਾਮ ਧਨ ਹੈ ਨਾ ਮਹਾਰਾਜ, ਉਹ ਨਹੀਂ ਕਦੇ ਨਾਸ਼ ਹੋਵੇਗਾ। ਇਹ ਸੰਸਾਰ ਤੋਂ ਤਾਂ ਕੀ, ਉਹ ਨਾਮ ਧਨ ਨੇ ਮੇਰੇ ਨਾਲ ਅੱਗੇ ਜਾਣਾ ਹੈ, ਉਹ ਅਗਾਂਹ ਤੀਕਰ ਮੇਰੇ ਨਾਲ ਜਾਵੇਗਾ। ਇਸ ਤਰ੍ਹਾਂ ਮਹਾਰਾਜ ਨੂੰ ਕਹਿ ਕੇ ਫਿਰ ਆਪਦੀ ਸੇਵਾ ਵਿੱਚ ਲੱਗ ਗਿਆ ਹੈ। ਸੇਵਾ ਵਿਖੇ
ਜਾਏ ਮਨ ਦਇਓ। ਆਪਦਾ ਮਨ ਸੇਵਾ ਵਿੱਚ ਜਾ ਦਿੱਤਾ ਹੈ, ਮਨ ਫੇਰ ਲੱਕੜਾਂ ਦੀ ਸੇਵਾ ਵਿੱਚ ਲੱਗਿਆ ਹੈ। ਕਾਸ਼ਟ ਸ਼ੁਸ਼ਕ ਭਾਰ ਕੋ ਤੇ ਲਿਆਵੈ, ਬੜੀ ਤਗੜੀ ਪੰਡ ਜਿਹੜੀ ਲੱਕੜਾਂ ਦੀ ਭਰ ਕੇ ਲਿਆਉਂਦਾ ਹੈ, ਸਭ ਲੰਗਰ ਕੀ ਕਾਰ ਚਲਾਵੈ। ਤੇ ਸਾਰੇ ਲੰਗਰ ਦੀ ਇਸ ਤਰ੍ਹਾਂ ਨਾਲ ਸੇਵਾ ਕਰਵਾਉਂਦਾ ਹੈ। ਇੱਕ ਦਿਨ ਬਹਿਰ ਗਇਓ ਹਿਤ ਧਾਰ, ਕਵੀ ਜੀ ਕਹਿੰਦੇ ਇੱਕ ਦਿਨ ਬੜਾ ਪ੍ਰੇਮ ਜਿਹਾ ਧਾਰ ਕੇ ਨਾ ਮਨ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦਾ, ਤੇ ਭਾਈ ਮੰਝ ਜੀ ਇੱਕ ਦਿਨ ਦੀ ਗੱਲ ਹੈ, ਜਦੋਂ ਲੱਕੜਾਂ ਲੈਣ ਜੰਗਲ ਗਏ ਐ, ਬੀਨ ਬੀਨ ਕਰ ਬੰਧਿਓ ਭਾਰ, ਤੇ ਚੁੱਕ ਚੁੱਕ ਕੇ ਮੋਟੀਆਂ ਲੱਕੜਾਂ ਤੇ ਬੜੀ ਤਗੜੀ ਪੰਡ ਭਰ ਲੈਣਾ ਕੀਤੀ ਹੈ। ਨਹਿ ਪਹੁੰਚਿਓ ਉਠਵਾਵਨ ਬਾਰੋ, ਹੁਣ ਖਾਂਦੇ ਪੀਂਦੇ ਕੁਝ ਹੈ ਨਹੀਂ ਤੇ ਸਰੀਰ ਬੜਾ ਕਮਜ਼ੋਰਾ ਸੀ, ਜ਼ੋਰ ਬਲ ਹੈ ਨਹੀਂ ਸੀ ਬਹੁਤਾ, ਤੇ ਕੋਈ ਚੁਕਾਉਣ ਵਾਲਾ ਉੱਥੇ ਪਹੁੰਚਿਆ ਨਾ, ਦਿਸਿਆ ਨਾ ਭਾਈ ਮੰਝ ਦੇ ਤਾਈਂ। ਘਟੀ ਚਾਰ ਵਧ ਲੱਗੀ ਅਵਾਰੋ, ਤੇ 4 ਕੁ ਘੜੀਆਂ ਤਾਂ ਭਾਈ ਸਾਹਿਬ ਜੀ ਉੱਥੇ ਬੈਠੇ ਢੀਕਦੇ ਰਹੇ ਹਨ। ਧਾਰੋ ਸਿਰ ਪਾਰੋ ਜਬ ਪੁਰ ਕੋ ਗਮਨਾ, ਜਦੋਂ ਕੋ ਨਾ ਆਇਆ ਤੇ ਫਿਰ ਔਖੇ ਸੌਖੇ ਉਹ ਜਿਵੇਂ ਵੀ ਚੁੱਕੀ ਗਈ, ਬੜਾ ਜ਼ੋਰ ਬਲ ਲਾ ਕੇ ਤਿੰਗ ਤਿੰਗ ਕੇ ਉਹ ਪੰਡ ਸਿਰ ਤੇ ਰੱਖ ਲਈ ਤੇ ਅੰਮ੍ਰਿਤਸਰ ਸਾਹਿਬ ਨੂੰ ਤੁਰ ਪਏ ਹਨ। ਉੱਠੀ ਅੰਧੇਰੀ ਪੀਖਨ ਪਵਨਾ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਇੱਕ ਹੋਰ ਪਰਖ ਕਰ ਰਹੇ ਹੈ। ਮਹਾਰਾਜ ਨੇ ਆਪ ਹੀ ਸੱਚੇ ਪਾਤਸ਼ਾਹ ਜੀਆਂ ਨੇ ਮਾਇਆ ਦੇ ਨਾਲ ਬੜੀ ਭਾਰੀ ਹਨੇਰ ਛੱਡਿਆ। ਹਨੇਰੀ ਜਦੋਂ ਚੜੀ ਆ ਹੈ, ਕੰਕਰ ਸਿਕਤਾ ਖੈਂਚਤ ਬਹਿਓ, ਤੇ ਜਦੋਂ ਇਸ ਤਰ੍ਹਾਂ ਹਨੇਰੀ ਚੜੀ ਨਾ, ਬਹੁਤ ਘੁੱਪ ਘੇਰ ਛਾਇਆ ਤੇ ਬੜੇ ਹੀ ਕੰਕਰ ਰੋੜ ਛੋਟੇ ਛੋਟੇ ਖਿੱਚ ਖਿੱਚ ਕੇ ਹਨੇਰੀ ਹਵਾ 'ਚ ਬਹਾ ਲ ਜਾਂਦੀ ਹੈ। ਅੰਧਕਾਰ ਕੁਛ ਜਾਏ ਨ ਲਹਿਓ, ਤੇ ਹਨੇਰੀ ਦੇ ਕਾਰਨ ਸ਼ਾਮ ਦਾ ਸਮਾਂ ਸੀ ਤੇ ਕੁਝ ਦਿਸਣੋਂ ਰਹਿ ਗਿਆ, ਸਭ ਪਾਸੇ ਹਨੇਰਾ ਛਾ ਗਿਆ, ਘੱਟਾ ਧੂੜ ਰੋੜ ਅੱਖਾਂ ਵਿੱਚ ਪੈਂਦੇ ਐ। ਸਨਮੁਖ ਪੌਣ ਹਟਾਏ ਪਿਛਾਰੀ, ਤੇ ਭਾਈ ਮੰਝ ਜੀ ਗਾਂਹ ਨੂੰ ਤੁਰਦੇ ਆ ਤੇ ਧੱਕ ਕੇ ਹਵਾ ਫਿਰ ਪਛਾਂ ਲੈ ਜਾਂਦੀ ਹੈ। ਭਾਰ ਸਮਾਰਤ ਗਮਹਿ ਅਗਾਰੀ, ਤੇ ਲੱਕੜਾਂ ਸੁੱਕੀਆਂ ਫਿਰ ਹੁੰਦੀਆਂ ਵੀ ਇਹੋ ਜਿਹੀਆਂ ਨੂੰ, ਫਿਰ ਪਿੱਛੇ ਨੂੰ ਹਵਾ ਖਿੱਚਦੀ ਹੈ, ਦਬਾਅ ਬਣ ਜਾਂਦਾ ਹਵਾ ਦਾ। ਤੋ ਇਸ ਤਰ੍ਹਾਂ ਜਦੋਂ ਹੁੰਦਾ ਭਾਰ ਨੂੰ ਜਿਹੜੀ ਉੱਤੇ ਚੁੱਕੀ ਹੋਈ ਹੈ ਲੱਕੜਾਂ ਦੀ ਪੰਡ, ਉਹਨੂੰ ਬੜਾ ਧਿਆਨ ਨਾਲ ਸੰਭਾਲਦੇ ਆ ਤੇ ਭਾਈ ਸਾਹਿਬ ਜ਼ੋਰ ਲਾ ਕੇ ਹਵਾ 'ਚ ਅਗਾਂਹ ਨੂੰ ਤੁਰਦੇ ਆ। ਉੱਠੀ ਧੂਰ ਆਂਖਨ ਮਹਿ ਛਾਈ, ਜਿਹੜੀ ਹਨੇਰੀ ਨੇ ਧੂੜੀ ਜੀ ਚੁੱਕੀ ਤੇ ਚੁੱਕ ਕੇ ਭਾਈ ਮੰਝ ਦੇ ਅੱਖਾਂ ਵਿੱਚ ਪਾ ਦਿੱਤੀ ਹੈ। ਚਲਤਿਓ ਨਹਿ ਕਛ ਪਰ ਹੈ ਦਿਸਾਈ, ਤੇ ਹੁਣ ਕੁਝ ਨਹੀਂ ਦਿਸਦਾ ਹੁਣ ਭਾਈ ਮੰਝ ਨੂੰ ਵੀ ਅੱਗੇ ਕਿੱਧਰ ਜਾ ਰਿਹਾ ਹੈ। ਪਾਏ ਪੰਥ ਪਾਵਹਿ ਬਿਬਜਾ, ਤੇ ਜਿੱਧਰ ਨੂੰ ਪੈਰ ਪਾਉਂਦਾ ਉੱਥੋਂ ਫਿਰ ਉਖੜ ਜਾਂਦਾ, ਪੈਰ ਫਿਰ ਪਿਛਾਂ ਪੈਂਦਾ, ਹਨੇਰੀ ਅੱਗੇ ਨਹੀਂ ਤੁਰਨ ਦਿੰਦੀ ਹੈ। ਚੱਲਿਓ ਆਏ ਵੱਡ ਸੰਕਟ ਮਾਹੇ, ਬੜਾ ਸੰਕਟ ਪਿਆ ਹੋਇਆ ਤੇ ਭਾਈ ਮੰਝ ਜ਼ੋਰ ਪਾਉਂਦਾ ਤੁਰਨ ਵਾਸਤੇ। ਫੁੱਤੋ ਕੂਪ ਥੋਰੋ ਜਹ ਪਾਨੀ, ਕਹਿੰਦੇ ਇੱਕ ਖੂਹ ਸੀ ਇੱਥੇ, ਸੁਲਤਾਨਵਿੰਡ ਦੇ ਨਗਰ ਦਾ ਖੂਹ ਸੀ ਇਹ, ਬਾਰ-ਬਾਰ ਕਹਿੰਦੇ ਉਹ ਖੂਹ ਸੀ, ਤੇ ਖੂਹ ਦੀ ਮਮਟੀ ਜਿਹੜੀ ਉੱਪਰਲੀ ਹੁੰਦੀ ਨਾ ਮੌਣ ਪਾਉਣ ਜੀ, ਉਹ ਹੈ ਨਹੀਂ ਸੀ। ਤੋ ਖੂਹ ਦੀ ਦੌਣ ਜੀ ਨਾ ਹੋਣ ਕਰਕੇ ਉਤੋਂ ਖੂਹ ਬੇਕਿਨਾਰਾ ਸੀਗਾ, ਪਾਣੀ ਉਹਦੇ ਵਿੱਚ ਥੋੜਾ ਹੀ ਰਹਿੰਦਾ ਸੀ। ਭਇਓ ਤਿਮਰ ਕੁਛ ਪਰ ਹੈ ਨ ਜਾਨੀ, ਤੇ ਹਨੇਰੀ ਕਾਰਨ ਅੱਖਾਂ ਵਿੱਚ ਮਿੱਟੀ ਪਈ, ਹਨੇਰਾ ਹੋ ਗਿਆ ਤੇ ਕੁਝ ਜਾਣਿਆ ਨਹੀਂ ਜਾਂਦਾ ਵੀ ਖੂਹ ਕਿੱਥੇ ਆ, ਕੁਝ ਦਿਸਣੋਂ ਹਟਿਆ ਹੈ। ਗਿਰਿਓ ਮਾਂਝੋ ਤਿਸ ਕੇ ਵਿੱਚ ਤੇ ਜਾਏ, ਭਾਈ ਮੰਝ ਜਿਹੜਾ ਵਿਚਾਰਾ ਉਹ ਧੱਕਾ ਲਾ ਕੇ ਹਨੇਰੀ ਤੇ ਧੱਕ ਕੇ ਖੂਹ ਵੱਲ ਜਾ ਸੁੱਟਿਆ ਹੈ। ਸਿਰ ਪਰ ਸ਼ੁਸ਼ਕ ਕਾਠ ਤੇ ਸਮੁਦਾਏ, ਸਿਰ ਦੇ ਉੱਪਰ ਲੱਕੜਾਂ ਸੁੱਕੀਆਂ ਦੀ ਪੰਡ ਉਵੇਂ ਹੀ ਠੱਲ ਰੱਖੀ ਹੈ। ਭਾਰ ਸੰਭਾਰਿਓ ਸਿਰ ਪਰ ਰੱਖਿਓ, ਤੇ ਆਪਦੇ ਸਿਰ ਤੇ ਭਰੀ ਲੱਕੜਾਂ ਦੀ ਪੰਡ ਸੰਭਾਲ ਕੇ ਰੱਖੀ ਹੋਈ ਹੈ, ਖੂਹ ਵਿੱਚ ਜਾ ਖੜਾ ਹੋਇਆ ਹੈ। ਭੀਜ ਨ ਜਾਏ ਨੀਰ ਤੇ ਲਖਿਓ, ਤੇ ਜਿਵੇਂ ਛਾਤੀ ਪਾਣੀ ਆਉਂਦਾ ਸੀ ਤੇ ਜਾਣਿਆ ਵੀ ਜੇ ਮੈਂ ਬਹਿ ਗਿਆ ਜਾਂ ਲੱਕੜਾਂ ਦੀ ਪੰਡ ਥੱਲੇ ਰੱਖ ਦਿੱਤੀ ਤੇ ਲੱਕੜਾਂ ਭਿੱਜ ਜਾਣਗੀਆਂ। ਲੰਗਰ ਸਤਿਗੁਰਾਂ ਦੇ ਵਿੱਚ ਉਹ ਦਿੱਕਤ ਪਵੇਗੀ, ਕਿਉਂਕਿ ਮੀਂਹ ਦਾ ਟਾਈਮ ਹੈ, ਸੁੱਕੀ ਲੱਕੜ ਮਿਲਣੀ ਨਹੀਂ, ਤੋ ਲੰਗਰ ਵਿੱਚ ਕੋਈ ਵਿਘਨ ਨਾ ਪਵੇ, ਲੱਕੜ ਸੁੱਕੀ ਰਵੇ। ਇਹ ਜਾਣ ਕੇ ਭਾਈ ਸਾਹਿਬ ਜੀ ਬੈਠੇ ਨਹੀਂ, ਨਾ ਪੰਡ ਹੇਠਾਂ ਰੱਖੀ ਖੜੇ ਹੋਏ ਹਨ। ਅਟਕਹਿ ਲੰਗਰ ਈਂਧਨ ਬਿਨਾ, ਵੀ ਲੱਕੜਾਂ ਤੋਂ ਬਿਨਾਂ ਲੰਗਰ ਦੇ ਪ੍ਰਸ਼ਾਦੇ ਪਾਣੀ ਵਿੱਚ ਵਿਘਨ ਪੈ ਜਾਵੇਗਾ। ਮੂੰ ਕਹਾ ਦੋਸ਼ ਹੋਏ ਹੈ ਕਨਾ, ਤੇ ਮੈਨੂੰ ਪਾਪ ਨਾ ਪਵੇ ਵੀ ਗੁਰੂ ਕਾ ਲੰਗਰ ਨਾ ਰੁਕੇ ਮੇਰੇ ਕਰਕੇ। ਇਹ ਭਾਈ ਮੰਝ ਜੀ ਦੇ ਮਨ ਦੀ ਵਿਚਾਰ ਹੈ। ਖਰੋ ਕੂਪ ਮਹਿ ਬਾਰ ਮਝਾਰ, ਤੇ ਇਸ ਤਰ੍ਹਾਂ ਪਾਣੀ ਦੇ ਵਿੱਚ ਭਾਈ ਮੰਝ ਜੀ ਸਾਰੀ ਰਾਤ ਸਿਰ ਤੇ ਲੱਕੜਾਂ ਦੀ ਪੰਡ ਚੁੱਕ ਕੇ ਖੜੇ ਹੋਏ ਹਨ। ਸਿਮਰ ਹੈ ਕਿਮ ਹੋਏ ਗੁਰ ਨ ਆਹਾਰੋ, ਤੇ ਮਨ ਵਿੱਚ ਐਂ ਹੀ ਸਿਮਰਦੇ ਪਏ ਆ ਵੀ ਅੱਜ ਇਹ ਨਹੀਂ ਕਹਿੰਦੇ ਵੀ ਮੈਨੂੰ ਕੱਢੇਗਾ ਕੌਣ, ਮਨ 'ਚ ਇਹ ਵਿਚਾਰ ਆ ਵੀ ਮਨਾ
ਤੂੰ ਇੱਥੇ ਖੂਹ ਵਿੱਚ ਡਿੱਗਾ ਹੋਇਆ ਤੇ ਅੱਜ ਗੁਰੂ ਕਾ ਲੰਗਰ ਕਿਵੇਂ ਪੱਕੇਗਾ, ਬਾਲਣ ਪਹੁੰਚਿਆ ਨਹੀਂ ਹੈ। ਉਸ ਗੁਰੂ ਕੇ ਲੰਗਰਾਂ ਦੀ ਫਿਕਰ ਖੂਹ ਵਿੱਚ ਡਿੱਗਾ ਹੋਇਆ ਭਾਈ ਮੰਝ ਕਰਦਾ ਹੈ। ਪ੍ਰੇਮ ਰੰਗ ਇੱਕ ਘੂਮਤ ਗੁਰ ਵੀ ਕੈ, ਇੱਕ ਕੇਵਲ ਤੇ ਕੇਵਲ ਗੁਰੂ ਦਾ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦਾ, ਸਤਿਗੁਰਾਂ ਦੇ ਪ੍ਰੇਮ ਦੇ ਰੰਗ ਵਿੱਚ ਹੀ ਇਹ ਭਾਈ ਮੰਝ ਰੰਗਿਆ ਹੋਇਆ ਮਸਤ ਹੈ। ਲੋਕ ਲਾਜ ਕੁਲ ਕਾ ਕਾਨ ਨਿਵਰ ਆ ਕੈ, ਲੋਕਾਂ ਦੀ ਲੱਜਾ ਜਿਹੜੀ ਹੁੰਦੀ ਹੈ, ਆਪਣੀ ਕੁਲ ਦੀ ਕਾਨ ਕਨੌੜ ਸਭ ਛੱਡੀ ਹੋਈ, ਪਿੰਡ ਦਾ ਚੌਧਰੀ ਤੇ ਅੱਜ ਗੁਰੂ ਘਰ ਬਾਲਣ ਢੋਂਦਾ ਹੈ। ਧਨ ਤ੍ਰਿਯਤਨ ਜਾਸਤ ਕੋ ਤਿਆਗ, ਆ ਮਾਇਆ ਛੱਡ ਦਿੱਤੀ, ਘਰ ਵਾਲੀ ਵੀ ਛੱਡੀ ਹੋਈ ਹੈ, ਅਲਪ ਆ ਥੋੜਾ ਛਕਦੇ ਹੈ, ਤੋ ਧਨ ਵੀ ਸਾਰਾ ਨਾਸ਼ ਹੋ ਗਿਆ ਹੈ, ਘਰ ਘਾਟ ਦਾ ਕੋਈ ਪਤਾ ਨਹੀਂ ਹੈ, ਪੁੱਤਰੀ ਧੀ ਪੁੱਤਰ ਸਭ ਛੱਡ ਕਰਕੇ ਭਾਈ ਮੰਝ ਦੀ ਸੇਵਾ ਵਿੱਚ ਡਟੇ ਆ। ਰਾਖਿਓ ਦ੍ਰਿੜ ਕਰ ਗੁਰ ਅਨੁਰਾਗ, ਤੇ ਮਨ ਵਿੱਚ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਧਾਰਿਆ ਪੱਕਾ ਹੀ। ਭੋਜਨ ਅਲਪ ਅੰਗ ਦੁਰਬਲ ਹੈ, ਥੋੜਾ ਛਕਣ ਵਾਲੇ ਇਹ ਸਿੱਖ ਭਾਈ ਮੰਝ ਜਿਨ੍ਹਾਂ ਦਾ ਸਰੀਰ ਬੜਾ ਦੁਰਬਲ ਹੋ ਚੁੱਕਿਆ, ਅੰਗ ਕਮਜ਼ੋਰੇ ਹਨ। ਗੁਰੂ ਪਗ ਪ੍ਰੇਮ ਤਰਿਓ ਵੱਡ ਬਲ ਆ ਹੈ, ਸਰੀਰ ਕਮਜ਼ੋਰ ਹੈ ਪਰ ਪ੍ਰੇਮ ਬੜਾ ਬਲਵਾਨ ਹੈ ਹਿਰਦੇ ਵਿੱਚ। ਗੁਰੂ ਦੇ ਚਰਨਾਂ ਦਾ ਪ੍ਰੇਮ ਬੜਾ ਭਾਰੀ ਹੈ, ਬੜਾ ਬਲ ਵਾਲਾ ਹੈ। ਕਰੀ ਪ੍ਰੇਮ ਨੇ ਖੈਂਚ ਵਿਸ਼ਾਲ, ਇਸ ਤਰ੍ਹਾਂ ਪ੍ਰੇਮ ਜਦੋਂ ਫਿਰ ਸਾਰੀ ਰਾਤ ਭਾਈ ਮੰਝ ਜੀ ਖੂਹ ਵਿੱਚ ਰਹੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਧੰਨ ਹੋ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਧਿਆਨ ਹਰ ਸਮੇਂ ਮਨ ਵਿੱਚ ਧਿਆਉਂਦੇ ਰਹੇ ਹੈ, ਹਰ ਸਮੇਂ ਮਹਾਰਾਜ ਨੂੰ ਯਾਦ ਕਰਦੇ। ਤੇ ਇਧਰ ਹੁਣ ਸਾਧ ਸੰਗਤ ਗੋਬਿੰਦ ਭਾਉ ਭਗਤ ਦਾ ਭੁੱਖਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੰਘਾਸਣ ਤੇ ਸਜੇ ਹੋਏ ਆ, ਤੇ ਭਾਈ ਮੰਝ ਜੀ ਜਦੋਂ ਪ੍ਰੇਮ ਨਾਲ ਖੂਹ 'ਚ ਡੇਗੇ ਹੋਏ ਵਿਰਾਗ ਦੇ ਨਾਲ ਮਹਾਰਾਜ ਦਾ ਨਾਮ ਧਿਆਉਂਦੇ ਆ, ਪ੍ਰੇਮ ਨਾਲ ਭਿੱਜ ਕੇ, ਤੇ ਭਾਈ ਮੰਝ ਦੇ ਪ੍ਰੇਮ ਨੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਦੇ ਹਿਰਦੇ ਵਿੱਚ ਖਿੱਚ ਪਾ ਦਿੱਤੀ ਹੈ। ਰਹਿਓ ਨਾ ਗਇਓ ਗੁਰੂ ਤਤਕਾਲ, ਤੇ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਦੀਨਾ ਬੰਦੂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਤੋਂ ਰਿਹਾ ਨਾ ਗਿਆ। ਐ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਭਾਈ ਮੰਝ ਜੀ ਦੇ ਪ੍ਰੇਮ ਨੇ ਫਿਰ ਖਿੱਚ ਪਾ ਲਈ ਮਹਾਰਾਜ ਦੇ ਮਨ ਨੂੰ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਫਿਰ ਇੱਥੋਂ ਚੱਲ ਕੇ ਸਿੱਖਾਂ ਸਮੇਤ ਨੰਗੇ ਪੈਰੀਂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਫਿਰ ਉਸ ਖੂਹ ਤੇ ਪਹੁੰਚੇ। ਭਾਈ ਮੰਝ ਨੂੰ ਕੋਈ ਪਤਾ ਨਹੀਂ ਕੌਣ ਆਇਆ, ਮਹਾਰਾਜ ਨੇ ਰੱਸਾ ਸੁਟਵਾਇਆ, ਕਹਿੰਦੇ ਭਾਈ ਆਓ ਬਾਹਰ। ਪਹਿਲਾਂ ਪੰਡ ਭੇਜੀ ਬਾਹਰ, ਪੁੱਛਿਆ ਤੁਸੀਂ ਆਓ, ਕਹਿੰਦੇ ਨਾ ਜੀ ਸਤਿਗੁਰਾਂ ਦੇ ਲੰਗਰ ਦੀ ਲੱਕੜ ਹੈ, ਇਹ ਗਿੱਲੀ ਹੋ ਜਾਵੇਗੀ ਤੇ ਲੰਗਰ ਵਿੱਚ ਵਿਘਨ ਨਾ ਪਵੇ, ਮੈਂ ਫੇਰ ਆਵਾਂਗਾ। ਬਾਅਦ ਵਿੱਚ ਭਾਈ ਮੰਝ ਜੀ ਆਏ, ਸੱਚੇ ਪਾਤਸ਼ਾਹ ਦੀਆਂ ਛਾਤੀ ਨਾਲ ਲਾ ਕੇ ਫਿਰ ਆਖਿਆ ਮੰਗ ਅੱਜ ਭਾਈ ਮੰਝ ਕੀ ਮੰਗਣਾ, ਜੋ ਮੰਗੇਗਾ ਅਸੀਂ ਉਹੀ ਦੇਵਾਂਗੇ। ਸੱਚੇ ਪਾਤਸ਼ਾਹ ਮੰਗਣਾ ਕੀ ਹੈ ਮਹਾਰਾਜ, ਬਸ ਇਹੋ ਜਿਹੀ ਪਰਖ ਕਿਸੇ ਹੋਰ ਦੀ ਨਾ ਕਰਿਆ ਜੇ, ਕਿਉਂਕਿ ਕਲਯੁਗ ਵਿੱਚ ਐਡਾ ਕੋਈ ਸਿੱਖ ਹੋਣਾ ਨਹੀਂ ਸਬਰ ਸੰਤੋਖ ਵਾਲਾ ਜਿਹੜਾ ਐਡੀ ਪਰਖ ਸਹਿ ਲਵੇਗਾ। ਇਹ ਭਾਈ ਮੰਝ ਦੀਆਂ ਸਤਿਗੁਰਾਂ ਦੇ ਖੁਸ਼ ਹੋਣ ਤੇ ਜੇ ਕੁਝ ਮੰਗਿਆ ਵੀ ਤੇ ਉਹ ਵੀ ਸਾਧ ਸੰਗਤ ਜੀ ਸਾਡੇ ਵਾਸਤੇ ਮੰਗਿਆ। ਸੱਚੇ ਪਾਤਸ਼ਾਹ ਸਿੱਖਾਂ ਨੂੰ ਸੁਖਾਲੇ ਹੀ ਸਿੱਖੀ ਦੇ ਦਿਆ ਕਰੋ। ਹੁਣ ਤਾਂ ਸਾਧ ਸੰਗਤ ਦੀ ਸਿੱਖੀ ਸੌਖੀ ਮਿਲਦੀ ਆ, ਤਾਂ ਵੀ ਕੋਈ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ, ਤਾਂ ਵੀ ਗੁਰੂ ਕਾ ਸਿੱਖ ਸਿੰਘ ਸੱਜਣ ਨੂੰ ਕੌਣ ਤਿਆਰ ਹੈ। ਵੇਖੋ ਭਾਈ ਮੰਝ ਵਰਗਿਆਂ ਨੇ ਕਿੱਡੀ ਕਿੱਡੀ ਔਖੀ ਸਿੱਖੀ ਕਮਾਈ ਹੈ, ਕਿਵੇਂ ਸੱਚੇ ਪਾਤਸ਼ਾਹ ਮਹਾਰਾਜ ਦੇ ਘਰੋਂ ਸਿੱਖੀ ਲਈ। ਜੇ ਮਹਾਰਾਜ ਦੇਣ ਤੇ ਆਏ ਤੇ ਭਾਈ ਮੰਝ ਜੀ ਨੂੰ ਕੁਝ ਮਿਲਣ ਤੇ ਆਇਆ ਤੇ ਮੰਗਿਆ, ਤੇ ਉਹ ਵੀ ਸਾਡੇ ਵਾਸਤੇ ਵੀ ਮਹਾਰਾਜ ਗਾਹ ਨਾ ਕਿਸੇ ਦੀ ਇਹੋ ਜਿਹੀ ਪਰਖ ਕਰਿਆ ਜੇ। ਕੋਈ ਇਹੋ ਜਿਹਾ ਸਿੱਖ ਹੋਣਾ ਨਹੀਂ ਮਹਾਰਾਜ ਜਿਹੜਾ ਐਡੀ ਪਰਖ ਸਹਿ ਜਾਵੇ। ਤੋ ਇਹ ਪਾਵਨ ਪਵਿੱਤਰ ਸਿੱਖਿਆ ਆਪ ਦੇ ਹਿਰਦੇ ਵਸੇ। ਕੁਝ ਕੁ ਪ੍ਰਸੰਗ ਖਾਲਸਾ ਜੀ ਰਹਿ ਗਿਆ, ਉਹ ਆਪਾਂ ਕੱਲ ਦੇ ਦੀ ਬਾਣ ਵਿੱਚ ਵਿਚਾਰਾਂਗੇ। ਹੁਣ ਸਮਾਂ ਹੋਇਆ, ਹੋਈਆਂ ਭੁੱਲਾਂ ਦੀ ਖਿਮਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਭੋਜਨ ਅਲਪ ਅੰਗ ਦੁਰਬਲ ਹੈ, ਗੁਰ ਪਗ ਪ੍ਰੇਮ ਤਰਿਓ ਵੱਡ ਬਲ ਹੈ। ਕਰੀ ਪ੍ਰੇਮ ਨੇ ਖੈਂਚ ਵਿਸ਼ਾਲ, ਰਹਿਓ ਨਾ ਗਇਓ ਗੁਰੂ ਤਤਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।